ਅੱਜ ਗੱਲਬਾਤ ਕਰਾਂਗੇ ਇਸ ਪੂਰੇ ਮੁੱਦੇ ਉੱਤੇ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਸਾਡੇ ਨਾਲ ਮੌਜੂਦ ਹੋਣਗੇ ਔਰ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਹੋਵੇ, ਤਹਿਸੀਬ ਦੇ ਨਾਲ ਹੋਵੇ ਔਰ ਇਸ ਪੂਰੇ ਮੁੱਦੇ ਉੱਤੇ ਬਹੁਤ ਸੀਰੀਅਸ ਇਸ਼ੂ ਹੈ, ਕਿਉਂਕਿ ਜਦੋਂ ਆਪਾਂ ਪੰਜਾਬ ਦੇ ਵਿੱਚ ਕਿਸੇ ਦੇ ਨਾਲ ਗੱਲ ਕਰਦੇ ਹਾਂ ਤਾਂ ਜੀ ਸਾਹਿਬ ਇਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਹੁੰਦਾ ਹੈ। ਹੋਰ ਤਾਂ ਹੋਰ ਬਹੁਤ ਸਾਰੇ ਲੋਕਾਂ ਦੇ ਲਈ, ਜਿਵੇਂ ਆਪਾਂ ਕਿਸੇ ਪਿੰਡ ਦੇ ਵਿੱਚ ਜਾ ਕੇ ਕਿਸੇ ਸੱਥ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਕਹਿੰਦੇ ਬਾਪੂ ਜੀ ਆਹ ਦੱਸਿਓ ਰਾਹ ਕਿੱਧਰ ਨੂੰ ਜਾਏਗਾ, ਬੇਬੇ ਜੀ ਦੱਸਿਓ ਇਹ ਜਾਣਕਾਰੀ ਚਾਹੀਦੀ ਸੀ। ਇਹ ਪੰਜਾਬ ਦੀ ਇੱਕ ਸੱਭਿਆਚਾਰ ਹੈ, ਇੱਕ ਰਿਵਾਇਤਾਂ ਨੇ ਜਾਂ ਤੁਸੀਂ ਕਹਿ ਸਕਦੇ ਹੋ ਕਲਚਰ ਹੈ, ਪਰ ਕੀ ਵਾਕਈ ਉਹ ਕਲਚਰ ਸਾਡੇ ਸਿਆਸਤਦਾਨਾਂ ਦੇ ਵਿੱਚੋਂ ਗਾਇਬ ਹੁੰਦਾ ਜਾ ਰਿਹਾ ਹੈ? ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਿਬੇਟ ਪੁਆਇੰਟਸ, ਉਹਨਾਂ ਦੇ ਉੱਤੇ ਪੂਰਾ ਫੋਕਸ ਰਹੇਗਾ ਇਸ ਡਿਬੇਟ ਦਾ, ਉਹਨਾਂ ਦੇ ਉੱਤੇ ਇੱਕ ਨਜ਼ਰ, ਉਸ ਤੋਂ ਬਾਅਦ ਮਹਿਮਾਨਾਂ ਦਾ ਰੁਖ ਕਰਦੇ ਹਾਂ। ਡਿਬੇਟ ਪੁਆਇੰਟ ਅੱਜ ਦੇ ਕਿ ਘਟੀਆ ਸ਼ੋਅ ਦਾ ਜ਼ਿੰਮੇਵਾਰ ਕੌਣ ਹੈ? ਪੁਆਇੰਟ ਨੰਬਰ 1 ਡਿਬੇਟ ਪੁਆਇੰਟਸ ਦੇ ਵਿੱਚ ਪੁਆਇੰਟ ਨੰਬਰ 1 ਲੋ ਲੈਵਲ ਪੋਲਿਟਿਕਸ ਹੁੰਦੀ ਹੋਈ ਨਜ਼ਰ ਆ ਰਹੀ ਹੈ। ਘਟੀਆ ਸ਼ੋਅ ਦਾ ਜ਼ਿੰਮੇਵਾਰ ਕੌਣ ਹੈ? ਸਿਆਸਤ ਦੇ ਘਟੀਆ ਸ਼ੋਅ ਦਾ ਜ਼ਿੰਮੇਵਾਰ ਕੌਣ ਹੈ? ਪੁਆਇੰਟ ਨੰਬਰ 2 ਅੱਜ ਦੇ ਡਿਬੇਟ ਪੁਆਇੰਟ ਦੇ ਵਿੱਚ ਜਿਸ ਦੇ ਉੱਤੇ ਪੂਰਾ ਫੋਕਸ ਰਹੇਗਾ, ਇਹ ਲੋ ਲੈਵਲ ਟੀਕਾ ਟਿੱਪਣੀ ਰੁਕੇਗੀ ਕਿਵੇਂ? ਕੋਈ ਹੈ ਇਸ ਤਰੀਕੇ ਦਾ ਕੋਈ ਯੰਤਰ ਜਿਹੜਾ ਲਗਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਇਸ ਤਰੀਕੇ ਦੀ ਕੋਈ ਟਿੱਪਣੀਆਂ ਨਾ ਹੋਣ ਔਰ ਰੁਕ ਜਾਣ ਜਾਂ ਨਹੀਂ? ਇਹ ਬ੍ਰੇਕਲੈਸ ਹੋ ਚੁੱਕਿਆ ਕੰਮ, ਤੇ ਆਮ ਤੌਰ ਤੇ ਵੀ ਕਿਹਾ ਜਾਂਦਾ ਕਿ ਜਦੋਂ ਇੱਕ ਵਾਰ ਗੱਲ ਤੁਰ ਜਾਵੇ ਫਿਰ ਰੋਕਣੀ ਬਹੁਤ ਔਖੀ ਹੋ ਜਾਂਦੀ ਹੈ। ਕਿ ਉਸ ਲੈਵਲ ਦੇ ਉੱਤੇ ਹੀ ਪੰਜਾਬ ਦੀ ਪੋਲਿਟਿਕਸ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਪੁਆਇੰਟ ਨੰਬਰ 3 ਡਿਬੇਟ ਪੁਆਇੰਟ ਹੈ ਜੋ ਸਿਆਸੀ ਬਦਜ਼ੁਬਾਨੀ ਦੇ ਨਾਲ ਭਲਾ ਕਿਸ ਦਾ ਹੈ, ਜੋ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਆਖਿਰ ਕਿਸ ਦਾ ਭਲਾ ਹੋ ਰਿਹਾ ਹੈ, ਪੰਜਾਬ ਦਾ, ਪੰਜਾਬੀਅਤ ਦਾ, ਕਿਸੇ ਪੋਲੀਟੀਕਲ ਪਾਰਟੀ ਦਾ, ਕਿਸੇ ਪੋਲੀਟੀਕਲ ਆਗੂ ਦਾ, ਕਿਸੇ ਵੋਟਰ ਦਾ, ਕਿਸੇ ਉਮੀਦਵਾਰ ਦਾ, ਕਿਸੇ ਦਾ ਕੋਈ ਭਲਾ ਹੋ ਰਿਹਾ ਹੈ? ਜੇਕਰ ਕੋਈ ਭਲਾ ਹੋ ਰਿਹਾ ਤਾਂ ਉਹ ਵੀ ਅੱਜ ਸਮਝਣ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਚਰਚਾ ਦੀ। ਸਭ ਤੋਂ ਪਹਿਲਾਂ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਅਹਿਬਾਬ ਗਰੇਵਾਲ ਜੀ ਸਾਡੇ ਨਾਲ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਰਦਾਰ ਸਿੰਘ ਸੋਢੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬਲਟੋਹਾ ਜੀ ਬਹੁਤ-ਬਹੁਤ ਸਵਾਗਤ ਹੈ। ਕਾਂਗਰਸ ਦੇ ਜਿਹੜੇ ਬੁਲਾਰੇ ਨੇ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਆਪਾਂ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਤੋਂ। ਟਿੱਪਣੀਆਂ ਹੋਈਆਂ ਅਹਿਬਾਬ ਗਰੇਵਾਲ ਜੀ, ਸੀਐਮ ਸਾਹਿਬ ਟਵੀਟ ਕਰਦੇ ਨੇ, ਸੀਐਮ ਸਾਹਿਬ ਨੇ ਵੀਡੀਓ ਪੰਜਾਬ ਦੇ ਲੋਕਾਂ ਨੂੰ ਸੁਣਾ ਦਿੱਤੀ। ਸੀਐਮ ਸਾਹਿਬ ਨੇ ਟਵੀਟ ਦੇ ਵਿੱਚ ਲਿਖ ਦਿੱਤਾ ਕਿ ਇਹਨੂੰ ਸਾਹਿਬ, ਉਹਨੂੰ ਸਾਹਿਬ, ਸਭ ਨੂੰ ਸਾਹਿਬ, ਪਰ ਮੇਰੇ ਲਈ ਸ਼ਬਦ ਦਾ ਜੋ ਇਸਤੇਮਾਲ ਕੀਤਾ ਗਿਆ ਉਹ ਠੀਕ ਨਹੀਂ। ਪੰਜਾਬ ਦੇ ਲੋਕ ਇਹ ਸਮਝਣਾ ਚਾਹੁੰਦੇ ਨੇ, ਕਿਉਂਕਿ ਮੈਂ ਸ਼ੁਰੂਆਤ ਉਸ ਪੁਆਇੰਟ ਤੋਂ ਹੀ ਕਰਦਾ। ਅਕਾਲੀ ਦਲ ਇਲਜ਼ਾਮ ਲਗਾਉਂਦਾ ਹੈ ਕਿ ਸ਼ੁਰੂਆਤ ਕਿਸਨੇ ਕੀਤੀ। ਵਿਰਸਾ ਸਿੰਘ ਬਲਟੋਹਾ ਜੀ ਸਾਡੇ ਨਾਲ ਨੇ, ਆਪਾਂ ਉਹਨਾਂ ਦਾ ਵੀ ਰੁਖ ਕਰਾਂਗੇ। ਤੁਹਾਡੇ ਉੱਤੇ ਪੂਰੀ ਗੱਲ ਘੁੰਮ ਕੇ ਆਉਂਦੀ ਹੈ ਕਿ ਸ਼ੁਰੂਆਤ ਇਸ ਤਰੀਕੇ ਦੀਆਂ ਟਿੱਪਣੀਆਂ ਦੀ ਤੁਸੀਂ ਹੀ ਕੀਤੀ, ਅੱਜ ਤੁਹਾਨੂੰ ਹੀ ਇਹ ਮਾੜੀਆਂ ਲੱਗ ਰਹੀਆਂ। ਦੇਖੋ, ਦੋ ਸੈਪਰੇਟ ਐਂਟੀਟੀਜ਼ ਹੁੰਦੀਆਂ। ਜਦੋਂ ਲੋਕ ਪੋਲਿਟਿਕਸ ਚੁਣਦੇ ਆ ਉਦੋਂ ਉਹਨਾਂ ਦੇ ਪੋਲੀਟੀਕਲ ਓਪੋਨੈਂਟ ਉਹਨਾਂ ਤੇ ਨਿਸ਼ਾਨਾ ਵੀ ਸਾਧਦੇ ਆ, ਬੋਲਦੇ ਵੀ। ਪਹਿਲੀ ਸੋ ਜੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ, ਬੀਬਾ ਜੀ, ਮਜੀਠੀਆ ਜੀ, ਛੋਟੇ ਬੀਬਾ ਜੀ ਪੋਲਿਟਿਕਸ ਨੇ ਤਾਂ ਦੇ ਸ਼ੁੱਡ ਬੀ ਪ੍ਰੀਪੇਅਰਡ। ਪਹਿਲੀ ਠੀਕ ਹੈ। ਜੇ ਮਾਨ ਸਾਹਿਬ ਪੋਲਿਟਿਕਸ ਨੇ, ਹੀ ਇਜ਼ ਆਲਸੋ ਪ੍ਰੀਪੇਅਰਡ। ਬਟ ਪਰਿਵਾਰ ਹਮੇਸ਼ਾ ਆਫ ਲਿਮਿਟਸ ਹੁੰਦੇ ਆ। ਮੈਨੂੰ ਬੜੀ ਖੁਸ਼ੀ ਹੋਈ ਸੀ ਇੱਕ ਵਾਰੀ ਸਿੱਧੂ ਸਾਹਿਬ ਦੀ ਬੇਟੀ ਨੇ ਕੋਈ ਟਵੀਟ ਕੀਤਾ ਤੇ ਮਜੀਠੀਆ ਜੀ ਤੇ ਬਾਦਲ ਸਾਹਿਬ ਖੜੇ ਸੀ ਤੇ ਉਹਨਾਂ ਨੇ ਕਿਹਾ ਕਿ ਸਿੱਧੂ ਸਾਹਿਬ ਦੀ ਬੇਟੀ ਨੇ ਟਵੀਟ ਕੀਤਾ, ਦੋਹਾਂ ਨੇ ਇੱਕੋ ਸਾਚ ਕਿਹਾ ਕਿ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਬੱਚਿਆਂ ਨੂੰ ਕੁਝ ਨਹੀਂ ਕਹਿਣਾ। ਪਰ ਫਿਰ ਮੈਨੂੰ ਦੁੱਖ ਹੋਇਆ ਜਦੋਂ ਹਰਚਰਨ ਬੈਂਸ ਜੀ ਨੇ ਕੇਜਰੀਵਾਲ ਸਾਹਿਬ ਦੀ ਬੇਟੀ ਤੇ ਟਿੱਪਣੀਆਂ ਕੀਤੀਆਂ, ਬਹੁਤ ਦੁੱਖ ਹੋਇਆ ਸਰ। ਚਲੋ, ਬੱਚੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਹੁਣ ਗੱਲ ਰਹੀ ਗੌਰਵ ਜੀ, ਅੱਜ ਬਾਦਲ ਸਾਹਿਬ ਦੇ ਬਿਆਨ ਜਿਹੜਾ ਮਾਨ ਸਾਹਿਬ ਨੇ ਟਵੀਟ ਕੀਤਾ, ਉਹਨਾਂ ਨੇ 4 ਮੁੱਖ ਮੰਤਰੀਆਂ ਦਾ ਨਾਮ ਲਿਆ। ਉਹਨਾਂ ਦਾ ਦਰਦ ਤਾਂ ਇੱਥੋਂ ਹੀ ਸਮਝ ਆਉਂਦਾ ਕਿ ਪੰਜਾਬ ਦੇ ਆਜ਼ਾਦੀ ਤੋਂ ਬਾਅਦ 4 ਮੁੱਖ ਮੰਤਰੀ ਜਿਹੜੇ ਉਹ ਵੱਡੇ ਸਮਝਦੇ ਆ ਹੋਏ ਨੇ, ਉਹ ਹੋਏ ਤਾਂ ਉਹ 3-4 ਪਰਿਵਾਰਾਂ ਤੋਂ ਨੇ ਨਾ ਜੀ। ਉਹ 3-4 ਪਰਿਵਾਰਾਂ ਤੋਂ ਹੋਏ। ਅੱਜ ਕੀ ਹੋਇਆ, ਪੰਜਾਬੀਆਂ ਨੇ ਇੱਕ ਚੋਇਸ ਕੀਤੀ। ਪੰਜਾਬੀਆਂ ਨੇ ਆਮ ਆਪਣੇ ਵਰਗੇ ਲੋਕ ਚੂਜ਼ ਕਰ ਲਏ। ਜਦੋਂ ਚੂਜ਼ ਕਰ ਲਏ ਤਾਂ ਬਾਦਲ ਸਾਹਿਬ ਦੀ ਸੋਚ ਬਿਲਕੁਲ ਸਹੀ ਹੈ। ਜਿਸ ਤਰੀਕੇ ਨਾਲ ਜੋ ਬਾਦਲ ਸਾਹਿਬ ਨੂੰ ਸਾਰੀ ਜ਼ਿੰਦਗੀ ਕੰਡੀਸ਼ਨ ਕੀਤਾ ਗਿਆ ਪੀੜ੍ਹੀ ਦਰ ਪੀੜ੍ਹੀ ਕਿ ਕਾਕਾ ਜੀ, ਪਾਪਾ ਜੀ ਤੁਹਾਡੇ ਤੇ ਰਾਜ ਬਣਾ ਕੇ ਰੱਖਣਗੇ। ਮੈਨੂੰ ਕਿਸੇ ਨੇ ਇੱਕ ਵਾਰੀ ਗੱਲ ਕਹੀ, ਕਹਿੰਦੇ ਵੀ ਜਿੰਨੇ ਪੰਜਾਬ ਦੇ ਕਾਕਿਆਂ ਨੇ ਉਹਨਾਂ ਦੇ ਜੜ੍ਹਾਂ 'ਚ ਬਾਦਲ ਸਾਹਿਬ ਬਹਿ ਗਏ। ਮੈਂ ਕਿਹਾ ਕਿਉਂ? ਕਹਿੰਦੇ ਕਾਕਾ ਨੰਬਰ 1 ਜਦੋਂ ਹਾਰ ਗਿਆ ਤਾਂ ਫਿਰ ਉਦੋਂ ਬਾਅਦ ਕੀ ਹੋ ਸਕਦਾ? ਜਦ ਦੀ ਸਾਡੀ ਸਰਕਾਰ ਆਈ ਹੈ, ਇਹਨਾਂ ਦੀਆਂ ਟਿੱਪਣੀਆਂ ਦਾ ਮਿਆਰ ਪਹਿਲਾਂ ਅਕਾਲੀਆਂ ਦੀਆਂ, ਫਿਰ ਭਾਜਪਾਈਆਂ ਦੀਆਂ, ਫਿਰ ਕਾਂਗਰਸੀਆਂ ਦੀਆਂ। ਪਰਿਵਾਰਾਂ ਤੇ ਟਿੱਪਣੀਆਂ, ਹਰ ਬੰਦੇ ਦੇ ਘਰ ਦੇ ਅੰਦਰ ਕੀ ਹੋ ਰਿਹਾ ਉੱਤੇ ਟਿੱਪਣੀਆਂ, ਇਹੋ ਜਿਹੀਆਂ ਗੱਲਾਂ ਕਰਨ ਲੱਗੇ। ਅਸੀਂ ਕਹਿ ਰਹੇ ਹਾਂ ਵੀ ਸਿਆਸਤ ਦੀ ਗੱਲ ਕਰੋ, ਜਮ ਕਰੋ। ਅੱਛਾ, ਫਿਰ ਸਾਰੇ ਇਕੱਠੇ ਹੋ ਗਏ ਇੱਕ ਸਟੇਜ ਤੇ। ਸਿੱਧੂ ਸਾਹਿਬ ਨੇ ਇਹੋ ਜਿਹੇ ਫੁੱਲ ਬਰਸਾਏ ਮੂੰਹ ਚੋਂ
ਇਹੋ ਜਿਹੇ ਫੁੱਲ ਬਰਸਾਏ ਤੇ ਕਹਿ ਰਹੇ ਆ ਕਿ ਚੱਕੀਆਂ 'ਚ ਅਸੀਂ ਇਕੱਠੇ ਰਹੇ ਆ, ਮੈਂ ਤੇ ਮਜੀਠੀਆ ਜਿਵੇਂ ਸੰਘਰਸ਼ ਦੇ ਸਾਥੀ ਹੁਣ, ਇੱਕ ਨੇ ਬੰਦਾ ਮਾਰਿਆ, ਦੂਜਾ ਡਰੱਗ ਕੇਸ 'ਚ ਅੰਦਰ ਗਿਆ। ਮਤਲਬ ਗੱਲਾਂ ਤਾਂ ਤੁਸੀਂ ਦੇਖਿਆ ਜਿਹੀਆਂ ਕਰ ਰਹੇ ਨੇ। ਐਂਡ ਉਸ ਤੋਂ ਬਾਅਦ ਤੁਸੀਂ ਕਿਸੇ ਦੇ ਵੀ ਪਰਿਵਾਰ ਤੇ ਟਿੱਪਣੀਆਂ ਕਰਦੇ ਹੋ। ਮਾਨ ਸਾਹਿਬ ਨੇ ਬੜੀ ਰਾਈਟਲੀ ਇੱਕ ਵਾਰੀ ਫੁੱਲ ਸਟਾਪ ਲਾਇਆ ਸੀ, ਮੈਂ ਕਿਹਾ ਕਿ ਇਸ ਪਿੱਚ ਤੇ ਖੇਡੋ ਤੇ ਇੱਥੇ ਆ ਜਾਓ। ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਅੱਜ ਇਹ ਸ਼ੋਅ ਕੀਤਾ ਕਿ ਇਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਦੀ ਹੱਦ ਹੈ ਉਹ ਇੱਥੇ ਤੱਕ ਪਹੁੰਚ ਚੁੱਕੀ, ਚਾਹੇ ਉਹ ਬਾਜਵਾ ਜੀ ਨੇ, ਚਾਹੇ ਉਹ ਭਾਜਪਾ ਵਾਲੇ ਆ, ਚਾਹੇ ਉਹ ਅਕਾਲੀ ਦਲ ਵਾਲੇ ਆ, ਉਹਨਾਂ ਦੇ ਮੂੰਹ ਚੋਂ ਮੈਂ ਕਹਿੰਦਾ ਜੀ ਤੁਸੀਂ ਸਾਡੇ ਪੋਲੀਟੀਕਲ ਵਿਰੋਧੀ ਹੋ, ਜੰਮ ਸਾਡਾ ਪੋਲੀਟੀਕਲ ਵਿਰੋਧ ਕਰੋ। ਤੁਸੀਂ ਸਾਨੂੰ ਕਹਿੰਦੇ ਕਿਉਂ ਆ ਕਿਉਂ ਨਹੀਂ ਹੋਇਆ, ਆਖਰੀ ਕਿਤੇ ਚਲੋ। ਉਸ ਤੋਂ ਬਾਅਦ ਤੁਹਾਡੇ ਪਰਿਵਾਰ ਹੈ, ਇਹ ਪ੍ਰੋਗਰਾਮ ਤੇ ਮੇਰੇ ਪਰਿਵਾਰ ਬਾਰੇ ਕਿੰਨੀ ਵਾਰੀ ਟਿੱਪਣੀਆਂ ਹੋ ਚੁੱਕੀਆਂ ਜੀ? ਤੁਸੀਂ ਦੱਸੋ ਮੈਨੂੰ, ਕਿੰਨੀ ਵਾਰੀ ਟਿੱਪਣੀਆਂ ਹੋ ਚੁੱਕੀਆਂ? ਅਸੀਂ ਕਦੇ ਬੋਲੇ ਆ? ਸਾਡਾ ਕੋਈ ਸਪੋਕਸਪਰਸਨ ਕਰੇ ਕਿਸੇ ਦੇ ਪਰਿਵਾਰ। ਮੈਂ ਇਸ ਪੁਆਇੰਟ ਦੇ ਉੱਤੇ ਆਣਾ ਕਿਉਂਕਿ ਪਰਿਵਾਰ ਤੇ ਦੂਜੇ ਪਾਸੇ ਸੀਐਮ ਸਾਹਿਬ ਨੂੰ ਡਾਇਰੈਕਟ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ, ਉਸ ਦੇ ਉੱਤੇ ਪੂਰਾ ਬਵਾਲ ਹੈ। ਇੱਕ ਸ਼ਬਦ ਦੇ ਉੱਤੇ ਜੋ ਪਾਗਲ ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਪਰ ਤੁਸੀਂ ਸਟਾਰਟਿੰਗ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਬੋਲ ਦਿੱਤਾ ਅਹਿਬਾਬ ਗਰੇਵਾਲ ਜੀ, ਉਸ ਦੇ ਉੱਪਰ ਛੋਟਾ ਜਿਹਾ ਰਿਐਕਸ਼ਨ ਦੇ ਦਿਓ। ਮੈਂ ਵਲਟੋਹਾ ਸਾਹਿਬ ਦਾ ਰੁਖ ਕਰੂੰਗਾ। ਉਸ ਤੋਂ ਬਾਅਦ ਤੁਸੀਂ ਕਿਹਾ ਕਿ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚੋਂ ਤਾਂ ਫਿਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਖੁਦ ਨੂੰ ਪ੍ਰਿਪੇਅਰ ਰੱਖਣਾ ਹੋਏਗਾ। ਤਾਂ ਪ੍ਰਿਪੇਅਰ ਤਾਂ ਸਰ ਤੁਹਾਨੂੰ ਖੁਦ ਨੂੰ ਵੀ ਰਹਿਣਾ ਹੋਏਗਾ, ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ। ਬਿਲਕੁਲ ਪੂਰੇ ਪ੍ਰਿਪੇਅਰਡ ਆ ਸਰ। ਸਮਝੋ ਜਦੋਂ ਆਪਾਂ ਪੋਲਿਟਿਕਸ ਦੇ ਅੰਦਰ ਆ, ਤੇ ਪੋਲਿਟਿਕਸ ਦੇ ਅੰਦਰ ਅਸੀਂ ਜਾਂ ਤੁਸੀਂ ਇੱਕ ਦੂਜੇ ਦੀ ਕਾਰਜਸ਼ੈਲੀ ਬਾਰੇ, ਕਿਸੇ ਵੀ ਚੀਜ਼ ਬਾਰੇ ਕੋਈ ਵੀ ਗੱਲ ਕਰ ਸਕਦੇ ਹੋ। ਜੋ ਅਸੀਂ ਕੀਤੀ ਤੁਸੀਂ ਵੀ ਕਰੋ, ਠੀਕ ਹੈ। ਜਦੋਂ ਤੁਸੀਂ ਕਿਸੇ ਦੇ ਪਰਿਵਾਰ ਬਾਰੇ, ਕਿਸੇ ਦੀ ਪਰਸਨਲ ਲਾਈਫ ਬਾਰੇ, ਕਿਸੇ ਪਰਸਨ ਬਾਰੇ ਇਹੋ ਜਿਹੇ ਸ਼ਬਦ ਇਸਤੇਮਾਲ ਕਰੋਗੇ, ਐਂਡ ਸਮਝੋ ਬਾਦਲ ਸਾਹਿਬ ਦੀ ਸਮਝ ਦੇ ਹਿਸਾਬ ਨਾਲ ਮਾਨ ਸਾਹਿਬ ਪਾਗਲ ਹੀ ਨੇ। ਕਿਉਂ? ਜਿਹੜਾ ਬੰਦਾ ਪੈਸੇ ਨਹੀਂ ਖਾਂਦਾ, ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ, ਜਿਹੜੇ ਬੰਦੇ ਨੇ ਪੰਜਾਬ 'ਚ ਬੇਅਦਬੀਆਂ ਨਹੀਂ ਹੋਣ ਦਿੱਤੀਆਂ, ਜਿਹੜੇ ਬੰਦੇ ਨੇ ਪੰਜਾਬ 'ਚ ਬੇਵਲ ਕਲਾਂ ਬਰਗਾੜੀ ਨਹੀਂ ਹੋਣ ਦਿੱਤਾ, ਜਿਹੜੇ ਬੰਦੇ ਨੇ ਪੰਜਾਬ 'ਚ ਸਿੱਖਿਆ ਦੀ ਗੱਲ ਕੀਤੀ, ਜਿਹੜੀ ਸਿਹਤ ਦੀ ਗੱਲ ਕੀਤੀ, ਜਿਹੜੇ ਬੰਦੇ ਨੇ ਮੰਤਰੀਆਂ ਨੂੰ ਖਾਣ ਦਿੱਤਾ, ਫਿਰ ਉਹ ਤਾਂ ਇਹਨਾਂ ਦੀ ਨਜ਼ਰ ਤਾਂ ਉਹ ਪਾਗਲ ਹੀ ਨੇ ਜੀ। ਹੁਣ ਬਾਦਲ ਸਾਹਿਬ ਆਪਦੇ ਇਹਨਾਂ ਦਾ ਢਿੱਡੋਂ ਬੋਲੇ ਨੇ, ਬੋਲੇ ਢਿੱਡੋਂ ਨੇ, ਪਰ ਗੱਲ ਇਹ ਹੈ ਕਿ ਇਹਨਾਂ ਦੀ ਸਮਝ ਨਹੀਂ ਆਉਂਦੀ, ਕਿਉਂਕਿ ਇਹ ਸੋਚ ਕੇ ਬੈਠੇ ਸੀ ਕਿ ਸਾਡਾ ਇਹ ਰਾਈਟ ਬਣਦਾ ਸੀ ਦੋਵੇਂ ਪਾਸਿਆਂ ਤੋਂ। ਇਨਫੈਕਟ ਪਾਸਿਆਂ ਤੋਂ ਕਰਕੇ ਇਹੀ ਸੋਚਦੇ ਸੀ ਕਿ ਪਾਪਾ ਜੇ ਕਰਤਾ ਸਾਡੀ ਬਣਦੀ ਹੈ। ਮਤਲਬ ਕੁੱਲ ਮਿਲਾ ਕੇ ਤੁਹਾਡਾ ਤਰਕ ਇਹ ਹੈ ਗਰੇਵਾਲ ਸਾਹਿਬ, ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਤਰਕ ਇਹ ਹੈ ਕਿ ਜਿਹੜੀ ਜਿੱਤ ਹੈ ਆਮ ਆਦਮੀ ਪਾਰਟੀ ਦੀ 92 ਐਮਐਲਏ ਵਾਲੀ, ਉਹ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਤੁਸੀਂ ਇਹੀ ਕਹਿਣਾ ਚਾਹ ਰਹੇ ਹੋ, ਇਸ ਕਰਕੇ ਇਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਆਇੰਟ ਤੁਹਾਡਾ ਆ ਗਿਆ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਇਸ ਵਿਚਾਲੇ ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਵੀ ਜੁੜ ਚੁੱਕੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੈਂ ਵਲਟੋਹਾ ਜੀ ਦਾ ਰੁਖ ਕਰਦਾ। ਵਲਟੋਹਾ ਸਾਹਿਬ, ਤੁਹਾਡੇ ਜਿਹੜੇ ਫੇਸਬੁੱਕ ਦੇ ਉੱਤੇ ਟਿੱਪਣੀਆਂ, ਟਵੀਟ ਹੈ, ਉਹ ਲਾਜ਼ਮੀ ਤੌਰ ਤੇ ਅਸੀਂ ਦੇਖੇ ਵੀ ਨੇ ਤੇ ਦਿਖਾਏ ਵੀ ਨੇ। ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਦਾ ਵੀ ਜਿਹੜਾ ਇੱਕ ਪਲਟਵਾਰ ਇੱਕ ਤਰੀਕੇ ਨਾਲ ਆਇਆ, ਉਹ ਵੀ ਦਰਸ਼ਕਾਂ ਤੱਕ ਪਹੁੰਚਿਆ। ਪਰ ਆਮ ਆਦਮੀ ਪਾਰਟੀ ਇੱਕ ਅਲੱਗ ਲੈਵਲ ਦੇ ਉੱਤੇ ਇਸ ਸਮੇਂ ਗੱਲਬਾਤ ਕਰ ਰਹੀ ਹੈ। ਉਹਨਾਂ ਦਾ ਤਰਕ ਇਹ ਹੈ ਕਿ ਦੋ ਚੀਜ਼ਾਂ ਦਾ ਧਿਆਨ ਰੱਖੋ, ਇੱਕ ਤਾਂ ਪਰਿਵਾਰ ਤੇ ਦੂਜਾ ਕਿ ਤੁਸੀਂ ਪੋਲਿਟਿਕਸ ਦੇ ਵਿੱਚੋਂ ਇੱਕ ਪਬਲਿਕ ਫਿਗਰ ਦੇ ਤੌਰ ਦੇ ਉੱਤੇ ਹੋ, ਔਰ ਜਦੋਂ ਤੁਸੀਂ ਬੋਲ ਰਹੇ ਹੋ ਤਾਂ ਫਿਰ ਤੁਹਾਡੇ ਤੱਕ ਚੀਜ਼ਾਂ ਰਿਵਰਟ ਵੀ ਆਉਣਗੀਆਂ। ਪਰ ਸਭ ਤੋਂ ਅਹਿਮ ਪੁਆਇੰਟ ਇਹ ਹੈ ਕਿ ਕਰੀਬ 1.5 ਸਾਲ ਬਾਅਦ ਵੀ, 2022 ਦੇ ਇਲੈਕਸ਼ਨ ਦੇ ਨਤੀਜਿਆਂ ਤੋਂ 1.5 ਸਾਲ ਬਾਅਦ ਵੀ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਤੁਸੀਂ ਹਜ਼ਮ ਨਹੀਂ ਕਰ ਪਾ ਰਹੇ ਜਿੱਤ। ਫਰਸਟ੍ਰੇਸ਼ਨ ਹੈ, ਇਸ ਕਰਕੇ ਇਸ ਤਰੀਕੇ ਦੇ ਜਿਹੜੇ ਸ਼ਬਦ ਹੈ ਉਹ ਤੁਹਾਡੇ ਜ਼ੁਬਾਨ ਦੇ ਉੱਤੇ ਆ ਰਹੇ ਨੇ। ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਬਹੁਤ ਰਾਜ ਭਾਗ ਦਿੱਤਾ, ਬੜੀ ਸੇਵਾ ਦਿੱਤੀ ਹੈ, ਬੜੀ ਕੀਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਨਾ ਤੇ ਰਾਜ ਭਾਗ ਵਾਸਤੇ ਬਣਿਆ ਸੀਗਾ ਤੇ ਨਾ ਕੋਈ ਰਾਜ ਭਾਗ ਵਾਸਤੇ ਲੜਾਈ ਜੇ ਕਰਮਾਂ 'ਚ ਹੋਊ ਫੇਰ ਆ ਜਾਓ। ਕਿਹਨੂੰ ਮਿਲਦਾ ਆ, ਕਿਹਨੂੰ ਨਹੀਂ ਮਿਲਦਾ, ਅੱਜ ਕਿਹਨੂੰ ਮਿਲਿਆ ਆ। ਪਰ ਜੇ ਰਾਜ ਭਾਗ ਲੋਕਾਂ ਨੇ ਦਿੱਤਾ ਤੇ ਕੰਮਾਂ ਦੇ ਆਧਾਰ ਤੇ ਕੀਤਾ, ਪੰਜਾਬ ਦੇ ਨਾਲ ਖੜਨ ਕਰਕੇ ਦਿੱਤਾ, ਧੋਖੇ ਨਾਲ ਨਹੀਂ ਸੀ ਲਿਆ। ਲੋਕਾਂ ਨੂੰ ਸਬਜ਼ ਬਾਗ ਨਹੀਂ ਸੀ ਵਿਖਾਏ, ਲੋਕਾਂ ਨਾਲ ਠੱਗੀ ਨਹੀਂ ਸੀ ਮਾਰੀ, ਲੋਕਾਂ ਨੂੰ ਇਨਕਲਾਬ ਦਾ ਨਾਅਰਾ ਨਹੀਂ ਸੀ ਦਿੱਤਾ, ਲੋਕਾਂ ਨੂੰ ਸਬਜ਼ ਬਾਗ ਨਹੀਂ ਸੀ ਵਿਖਾਏ। ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ, ਪਰ ਆਪਾਂ ਗੱਲ ਆਈਏ ਮੁੱਦੇ ਤੇ। ਦੇਖੋ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਲੋਕਾਂ ਨੇ 2022 ਤੋਂ ਲੈ ਕੇ 27 ਤੱਕ ਆਮ ਆਦਮੀ ਪਾਰਟੀ ਦੀ 5 ਸਾਲਾਂ ਵਾਸਤੇ ਸਰਕਾਰ ਬਣਾਤੀ। ਲੋਕਾਂ ਨੇ ਫਤਵਾ ਦੇਤਾ ਬੜਾ ਵੱਡਾ ਜੀ। ਹੁਣ ਫਰਜ਼ ਕੀ ਬਣਦਾ ਸਰਕਾਰ ਦਾ ਕਿ ਲੋਕਾਂ ਦੇ ਕੰਮ ਕਰੇ, ਆਪਣੀ ਬਣਦੀ ਹੋਈ ਡਿਊਟੀ ਨਿਭਾਵੇ, ਫਰਜ਼ ਨਿਭਾਵੇ। ਕੋਈ ਆਸਾਨ ਨਹੀਂ, ਇਹ ਇਹਨਾਂ ਦਾ ਫਰਜ਼ ਬਣਦਾ ਆ। ਪਰ ਜਿੱਥੇ ਫਰਜ਼ 'ਚ ਕੋਤਾਹੀ ਕਰਨਗੇ ਉੱਥੇ ਤੁਸੀਂ ਬੈਠੇ ਜੇ, ਅਸੀਂ ਬੈਠੇ ਹਾਂ। ਭਾਵੇਂ ਤੁਸੀਂ ਅੱਜ ਕੱਲ੍ਹ ਘੱਟ ਬੋਲਣਾ ਸ਼ੁਰੂ ਕੀਤਾ ਹੋਇਆ ਆ, ਤੇ ਸਾਡਾ ਤੇ ਫਰਜ਼ ਬਣਦਾ, ਅਸੀਂ ਤੋਂ ਪਿਛਾਂ ਹਟ ਨਹੀਂ ਸਕਦੇ, ਬੋਲਾਂਗੇ। ਕੋਈ ਸੁਣੇ ਚਾਹੇ ਨਾ ਸੁਣੇ। ਲੱਗ ਰਿਹਾ ਜੋ ਅਸੀਂ ਬੋਲ ਰਹੇ ਹਾਂ ਤੁਹਾਡੇ, ਪਰ ਜਿਹੜੀ ਗੱਲ ਹੈ ਮੁੱਦਿਆਂ ਦੀ ਕੰਪਲੀਟ ਕਰ ਲਓ ਤੁਸੀਂ। ਅੱਛਾ, ਮੁੱਦਿਆਂ ਦੀ ਜਿਹੜੀ ਗੱਲ ਹੈ ਹੋਣੀ ਚਾਹੀਦੀ ਹੈ।
ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਹੈ, ਮੁੱਦੇ ਉਠਾਉਣੇ ਚਾਹੀਦੇ ਆ। ਪਰ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਰਾਤ ਨੂੰ 12 ਵਜੇ 1 ਵਜੇ ਟਵੀਟ ਕਰਦੇ ਆ ਜਾਂ ਤੜਕੇ ਅੰਮ੍ਰਿਤ ਵੇਲੇ ਟਵੀਟ ਕਰਦੇ ਆ, ਸ਼ਾਇਦ ਰਾਤ ਸੁੱਤੇ ਹੀ ਨਾ ਹੋਣ। ਹੁਣ ਤੁਸੀਂ ਦੱਸ ਦਿਓ ਇਹਨਾਂ ਟਵੀਟਾਂ 'ਚੋਂ ਕੁਝ ਨਿਕਲੂਗਾ? ਪਿਛਲੇ ਦਿਨੀ ਵੀ ਟਵੀਟ ਕੀਤੇ, ਟਵੀਟ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਕਰਦੇ ਆ, ਜਾਂ ਇਹਨਾਂ ਸਾਰਿਆਂ ਨੂੰ ਟਵੀਟ ਕਰਨ ਦੀ ਇੱਕ ਝੱਸ ਪੈ ਗਿਆ ਲਾ ਲਈਏ। ਨਾ ਟਵੀਟਾਂ 'ਚੋਂ ਕੁਝ ਨਿਕਲਣਾ ਤੇ ਨਾ ਮੇਰੇ ਵਰਗੇ ਦੀਆਂ ਫੇਸਬੁੱਕ ਪੋਸਟਾਂ 'ਚੋਂ ਕੁਝ ਨਿਕਲਣਾ ਹੈ। ਹਾਂ, ਪੰਜਾਬ ਦਾ ਭਲਾ ਤਦ ਹੋਊ ਜੇ ਮੁੱਦਿਆਂ ਦੀ ਰਾਜਨੀਤੀ ਹੋਊਗੀ, ਜੇ ਬਣਦੇ ਹੋਏ ਫਰਜ਼ਾਂ ਦੀ ਅਦਾਇਗੀ ਕਰਾਂਗੇ। ਹੁਣ ਗੱਲ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇੱਕ ਵੀਡੀਓ ਕਲਿੱਪ ਜਿਹੜੀ ਹੈ ਟਵੀਟ ਦੇ ਵਿੱਚ ਐਡ ਕਰਕੇ ਟਵੀਟ ਕੀਤਾ ਜਾਂਦਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ, ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ, ਕਿ ਮੈਨੂੰ ਜਿਹੜਾ ਆ ਸੁਖਬੀਰ ਸਿੰਘ ਬਾਦਲ ਨੇ ਆਹ ਸ਼ਬਦ ਵਰਤੇ ਹੈ। ਚਲੋ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਇਤਰਾਜ਼ ਹੋ ਸਕਦਾ ਤੇ ਹੋਣਾ ਵੀ ਚਾਹੀਦਾ ਹੈ। ਮੈਂ ਉਸ ਸ਼ਬਦ ਦੇ ਨਾਲ ਸਹਿਮਤ ਨਹੀਂ, ਮਤਲਬ ਇਹ ਅਜਿਹਾ ਸ਼ਬਦ ਜਿਹੜਾ ਆ ਉਹ ਜਿਹੜੀ ਰਾਜਨੀਤੀ ਦੀ ਮਰਿਆਦਾ ਆ, ਜਿਹੜੀ ਸਾਡੀ ਸਮਾਜਿਕ ਮਰਿਆਦਾ ਆ, ਉਹਦੇ ਵਿੱਚ ਸ਼ੋਭਦਾ ਨਹੀਂ। ਪਰ ਦੂਸਰੇ ਬੰਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਸ਼ਬਦਾਂ ਦੀ ਸ਼ੁਰੂਆਤ ਕਿਹਨੇ ਕੀਤੀ? ਇਹ ਸ਼ਬਦਾਂ ਦੀ ਸ਼ੁਰੂਆਤ ਕਿਹਨੇ ਕੀਤੀ? ਤੁਸੀਂ ਦੇਖੋ 2014 ਚ ਆਮ ਆਦਮੀ ਪਾਰਟੀ ਆਉਂਦੀ ਹੈ, ਭਗਵੰਤ ਮਾਨ ਹੋਰੀ ਮੈਂਬਰ ਪਾਰਲੀਮੈਂਟ ਬਣਦੇ, ਉਸ ਸਮੇਂ ਤੋਂ ਲੈ ਕੇ ਇੱਕ ਸ਼ਬਦ ਇਹ ਆਮ ਵਰਤਦੇ ਆ, ਸਟੇਜਾਂ ਤੇ ਵੀ, ਪ੍ਰੈਸ ਕਾਨਫਰੰਸਾਂ 'ਚ ਵੀ, ਤੇ ਗਾਹੇ ਬਗਾਏ ਹੋਏ ਵੀ, ਕਿ ਸੁਖਬੀਰ ਬਾਦਲ, ਉਹਦੀ ਕਦੀ ਗੱਲ ਕਰਦੇ ਜੀ, ਉਹ ਤਾਂ ਮੰਦਬੁੱਧੀ ਹੈ। ਮੈਂ ਅੱਜ ਆਮ ਆਦਮੀ ਪਾਰਟੀ ਨੂੰ ਤੇ ਭਗਵੰਤ ਮਾਨ ਹੋਰਾਂ ਨੂੰ ਤੇ ਵਿੱਚ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੰਦਬੁੱਧੀ 'ਚ ਤੇ ਪਾਗਲ 'ਚ ਮੈਨੂੰ ਫਰਕ ਦੱਸ ਦਿਓ। ਜੇ ਤਾਂ ਮੰਦਬੁੱਧੀ 'ਚ ਤੇ ਪਾਗਲ 'ਚ ਕੋਈ ਫਰਕ ਹੈ ਤੇ ਉਹਦਾ ਵਖਰੇਵਾਂ ਕਰ ਦਿਓ, ਤੇ ਮੈਂ ਕਹਿ ਦੂੰਗਾ ਜੀ ਭਗਵੰਤ ਮਾਨ ਨੇ ਤਾਂ ਬੜਾ ਸਤਿਕਾਰਤ ਸ਼ਬਦ ਯੂਜ਼ ਕੀਤਾ ਸੀਗਾ। ਦੂਸਰੇ ਬੰਨੇ ਸੁਖਬੀਰ ਸਿੰਘ ਬਾਦਲ ਹੈ ਜਿਨ੍ਹਾਂ ਦੇ ਵਿਜ਼ਨ ਦੀਆਂ ਗੱਲਾਂ ਜਿਹੜੀਆਂ ਨੇ ਵਿਰੋਧੀ ਵੀ ਕਰਦੇ। ਮੈਂ ਇਹਨਾਂ ਵਿਰੋਧੀਆਂ ਦੀ ਗੱਲ ਨਹੀਂ ਕਰਦਾ ਵੀ ਆਮ ਆਦਮੀ ਪਾਰਟੀ ਵਾਲਿਆਂ ਦੇ ਬੜੇ ਵਿਰੋਧੀ ਨੇ, ਬੜੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਨੇ, ਬੜੇ ਦੇਸ਼ ਦੇ ਵਿੱਚ ਬੜੇ ਵੱਡੇ ਵੱਡੇ ਨੇਤਾ ਨੇ, ਜਾਂ ਉਹ ਲੋਕ ਜਿਹੜੇ ਰਾਜਨੀਤੀ ਨੂੰ ਸਮਝਦੇ ਆ, ਪੱਤਰਕਾਰ ਜਿਹੜੇ ਨੇ ਵੱਡੇ ਵੱਡੇ, ਉਹ ਜਿੱਥੇ ਵਿਜ਼ਨ ਦੀ ਗੱਲ ਕਰਦੇ ਨੇ, ਜੋ ਪੰਜਾਬ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਕੀਤਾ 10 ਸਾਲਾਂ ਦੇ ਵਿੱਚ, ਉਹ ਲੋਕਾਂ ਦੇ ਸਾਹਮਣੇ ਇਹਨਾਂ ਨੇ ਮੰਦਬੁੱਧੀ ਸ਼ਬਦ ਵਰਤਿਆ। ਇੱਕ ਮੈਨੂੰ ਹੋਰ ਦੱਸ ਦਿਓ ਜੀ, ਇੱਕ ਗੱਪੀ ਸ਼ਬਦ ਹੈ, ਇਹ ਸਾਡੇ ਸਮਾਜ 'ਚ ਕਿੰਨਾ ਕੁ ਸਤਿਕਾਰਤ ਹੈ? ਇਹ ਕਿੰਨਾ ਕੁ ਸਤਿਕਾਰਤ ਹੈ? ਆਮ ਕਰਕੇ ਜਿਹੜਾ ਸ਼ਬਦ ਹੈ ਇਹਦੀ ਵਰਤੋਂ ਕੀਤੀ ਗਈ, ਇੱਕ ਅਮਲੀ ਸ਼ਬਦ। ਹਾਂਜੀ, ਕੋਈ ਸਾਬਤ ਕਰ ਦਵੇ, ਜਿੱਥੇ ਮਰਜ਼ੀ ਕਰ ਦਵੇ, ਅਸੀਂ ਸਭ ਤੋਂ ਪਹਿਲਾਂ ਵਿਰੋਧ ਕਰਨ ਵਾਲੇ ਚਾਹਾਂਗੇ ਸਰ ਸੁਖਬੀਰ ਸਿੰਘ ਬਾਦਲ ਦਾ, ਪਰ ਗਾਹੇ ਬਗਾਹੇ ਭਗਵੰਤ ਮਾਨ ਹੋਰਾਂ ਨੇ ਉਸ ਸ਼ਬਦ ਦੀ ਵਰਤੋਂ ਕੀਤੀ। ਹੁਣ ਤੁਸੀਂ ਦੱਸੋ, ਇਹਨਾਂ ਤੇ ਛੱਡੇ ਕੱਖ ਨਹੀਂ, ਇਹਨਾਂ ਤੇ ਸਾਡੀ ਧੀ ਧਿਆਣੀ ਜਿਹੜੀ ਪੰਜਾਬ ਦੀਆਂ ਸਾਰੀਆਂ ਸਾਂਝੀਆਂ ਹੋਈਆਂ ਹੁੰਦੀਆਂ ਨੇ, ਤੇ ਇਸ ਤੋਂ ਬਗਾਨਿਆਂ ਦੀਆਂ ਧੀਆਂ ਭੈਣਾਂ ਦੀ ਵੀ ਇੱਜ਼ਤ ਕਰਦੇ ਆ। ਇਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਬਾਰੇ ਜਿਸ ਤਰ੍ਹਾਂ ਦੀ ਟਿੱਪਣੀਆਂ ਕਰਦੇ ਰਹੇ ਨੇ ਤੇ ਕਰ ਰਹੇ ਨੇ ਹੁਣ ਤੱਕ, ਇਹ ਸੋਭਾ ਵਾਲੀਆਂ ਗੱਲਾਂ ਹੈਗੀਆਂ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਆ, 90 ਸਾਲ ਦੀ ਉਮਰ ਤੱਕ ਜਿਨ੍ਹਾਂ ਨੇ ਸਿਰਮੌਰ ਸਿਆਸਤ ਕੀਤੀ ਹੈ ਤੇ ਜਿਨ੍ਹਾਂ ਨੇ ਦੇਸ਼ ਵਾਸਤੇ ਸੰਘਰਸ਼ ਕੀਤੇ, ਇੰਦਰਾ ਗਾਂਧੀ ਦੇ ਵਿਰੁੱਧ ਡਟ ਕੇ ਛਾਤੀ ਤਾਣ ਕੇ ਖੜੋਂਦੇ ਰਹੇ ਆ, ਤੇ ਤੁਸੀਂ ਉਹਨਾਂ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹੇ ਜੇ ਭਗਵੰਤ ਮਾਨ ਜੀ, ਕਦੀ ਸੋਚਿਆ, ਕਦੀ ਝਾਤੀ ਮਾਰੀ ਜੀ? ਠੀਕ ਹੈ, ਬਲਟੋ ਸਾਹਿਬ ਆਪਾਂ ਜਵਾਬ ਲਈਏ, ਬਹੁਤ ਸਾਰੇ ਵਰਡਸ ਔਰ ਪੁਆਇੰਟਸ ਆ ਗਏ ਸਟੇਜ ਤੇ ਨਹੀਂ ਜੇ। ਜੀ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਨਫੈਕਟ ਤੁਸੀਂ ਬਹੁਤ ਸਾਰੇ ਵਰਡਸ ਦਾ ਜ਼ਿਕਰ ਕਰ ਦਿੱਤਾ, ਇੱਕ ਪਾਗਲ ਵਾਲੇ ਵਰਡ ਤੋਂ ਆਪਾਂ ਸ਼ੁਰੂਆਤ ਕੀਤੀ ਹੈ, ਤੁਸੀਂ ਉਸ ਦੇ ਵਿੱਚ ਐਡ ਕਰ ਦਿੱਤਾ ਕਿ ਮੰਦਬੁੱਧੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਅਮਲੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਉਹ ਕਿਸੇ ਪੋਲੀਟੀਕਲ ਲੀਡਰ ਜਾਂ ਕਿਸੇ ਵੱਡੇ ਆਗੂ ਦੇ ਲਈ ਇਸਤੇਮਾਲ ਕੀਤਾ ਗਿਆ, ਉਹ ਵੀ ਆਬਜੈਕਸ਼ਨੇਬਲ ਹੈ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮੈਂ ਇਸ ਦੇ ਉੱਤੇ ਰਿਐਕਸ਼ਨ ਲਵਾਂਗਾ, ਪਰ ਇੱਕ ਵਾਰੀ ਸਭ ਦਾ ਮੈਂ ਰੁਕ ਕਰ ਲਵਾਂ, ਸਾਰੇ ਮਹਿਮਾਨਾਂ ਨੂੰ ਐਡ ਕਰ ਲਈਏ। ਖੜਿਆਲ ਸਾਹਿਬ, ਇਹਨਾਂ ਟਿੱਪਣੀਆਂ ਨੂੰ ਲੈ ਕੇ ਚਰਚਾ ਤਾਂ ਪਹਿਲਾਂ ਵੀ ਹੋਈ ਹੈ, ਕੁਝ ਦਿਨ ਪਹਿਲਾਂ ਵੀ ਟਿੱਪਣੀਆਂ ਨੂੰ ਲੈ ਕੇ ਚਰਚਾ ਹੋਈ ਸੀ, ਚਰਚਾ ਦੇ ਵਿੱਚ ਬਹੁਤ ਗਹਿਮਾ ਗਹਿਮੀ ਹੋਈ, ਬਹੁਤ ਤਕਰਾਰ ਹੋਈ, ਤਕਰੀਰਾਂ ਹੋਈਆਂ, ਲੱਗ ਰਿਹਾ ਸੀ ਕਿ ਸ਼ਾਇਦ ਇੱਥੇ ਬ੍ਰੇਕ ਲੱਗ ਜਾਏਗੀ, ਪਰ ਬ੍ਰੇਕ ਲੱਗ ਨਹੀਂ ਰਹੀ। ਇਹ ਇੱਕ ਸਟੈਪ ਅੱਗੇ, ਫਿਰ ਉਸ ਤੋਂ ਅਗਲਾ ਸਟੈਪ ਪੌੜੀਆਂ ਚੜ੍ਹਦੇ ਜਾਂਦੇ ਨੇ, ਉਸ ਪੂਰੇ ਜਿੱਥੇ ਮਿਆਰ ਬਹੁਤ ਡਿੱਗ ਰਿਹਾ ਹੈ। ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਜੇ ਵੀ ਆਪੋਜੀਸ਼ਨ ਮੋਡ ਚੋਂ ਬਾਹਰ ਨਹੀਂ ਆਈ ਹੈ। ਇਹਨਾਂ ਨੂੰ ਅੱਜ ਵੀ ਐ ਲੱਗਦਾ ਹੈ ਕਿ ਅਸੀਂ ਆਪੋਜੀਸ਼ਨ ਮੋਡ 'ਚ ਬੈਠੇ ਹਾਂ, ਅਸੀਂ ਆਪੋਜੀਸ਼ਨ ਪਾਰਟੀ ਹੈ, ਜੋ ਮਰਜ਼ੀ ਕਹਿ ਲਈਏ, ਜੋ ਮਰਜ਼ੀ ਬੋਲ ਲਈਏ, ਡਸ ਨਾਟ ਮੇਕ ਐਨੀ ਡਿਫਰੈਂਸ। ਇਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਦੋ ਗਲਤ ਪਹਿਲਾਂ ਤਾਂ ਇੱਕ ਸਹੀ ਨਹੀਂ ਬਣਾਉਂਦੇ, ਟੂ ਰੌਂਗਸ ਡੂ ਨਾਟ ਮੇਕ ਦ ਰਾਈਟ। ਦੂਜੀ ਗੱਲ ਇਹ, ਇੱਕ ਪਾਸੇ ਸੁਖਬੀਰ ਬਾਦਲ ਸਾਹਿਬ ਜੋ ਮੈਂਬਰ ਵੀ ਨੇ ਨਹੀਂ ਹੈਗੇ ਲੈਜਿਸਲੇਟਿਵ ਅਸੈਂਬਲੀ ਦੇ ਪੰਜਾਬ ਵਿਧਾਨ ਸਭਾ ਦੇ, ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ
3 ਕਰੋੜ ਲੋਕਾਂ ਦੇ ਨੁਮਾਇੰਦੇ ਸਾਡੇ ਕਲਚਰ, ਸਾਡੇ ਟ੍ਰੈਡੀਸ਼ਨ, ਸਾਡੀ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਹੈ, ਜਦੋਂ ਉਹ ਇਹ ਜੀ ਭਾਸ਼ਾ ਦਾ ਪ੍ਰਯੋਗ ਕਰਦੇ ਹੈ ਗੌਰਵ ਜੀ, ਤਾਂ ਜਿਹੜੀ ਸੀਐਮ ਪੋਸਟ ਹੈ, ਪਦ ਹੈ, ਉਹਦੀ ਗਰਿਮਾ ਨੂੰ, ਉਹਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਖੜਿਆਲ ਸਾਹਿਬ ਕਿਹੜਾ ਵਰਡ ਤੁਹਾਨੂੰ, ਕਿਸ ਵਰਡ ਦੇ ਉੱਪਰ ਤੁਹਾਨੂੰ ਆਬਜੈਕਸ਼ਨ ਹੈ ਜੋ ਸੀਐਮ ਸਾਹਿਬ ਨੇ ਬੋਲਿਆ? ਦੇਖੋ ਇਹ ਪਹਿਲੀ ਦਫਾ ਥੋੜੀ ਹੈ ਜੋ ਸੁਖਬੀਰ ਬਾਦਲ ਸਾਹਿਬ ਲਈ ਸ਼ਬਦ ਵਰਤੇ ਗਏ, ਉਦੋਂ ਪਹਿਲਾਂ ਸਿੱਧੂ ਸਾਹਿਬ ਲਈ ਸ਼ਬਦ ਵਰਤੇ ਗਏ, ਉਦੋਂ ਪਹਿਲਾਂ ਲੋਕਾਂ ਦੀਆਂ ਪਤਨੀਆਂ ਲਈ, ਲੋਕਾਂ ਦੇ ਜਿਹੜੇ ਲੇਟ ਫਾਦਰ ਹੈ, ਜਿਹੜੇ ਬਾਪ ਅੱਜ ਇਸ ਧਰਤੀ ਤੇ ਨਹੀਂ ਨੇ, ਉਹਨਾਂ ਬਾਰੇ ਵੀ ਐਸੀ ਟਿੱਪਣੀਆਂ ਭਗਵੰਤ ਮਾਨ ਸਾਹਿਬ ਨੇ ਕੀਤੀਆਂ ਗੌਰਵ ਜੀ, ਇਹ ਬਹੁਤ ਨਿੰਦਨੀय ਹੈ, ਇਹ ਬਹੁਤ ਅਨਫੋਰਚੂਨੇਟ ਹੈ ਕਿ ਸੀਐਮ ਦੀ ਪੋਸਟ ਦੀ ਗਰਿਮਾ ਨਹੀਂ ਸਮਝ ਰਹੇ ਤੇ ਦੇਰਫੋਰ ਰੱਖ ਨਹੀਂ ਪਾ ਰਹੇ ਹੈ। ਪ੍ਰੋਬਲਮ ਪਤਾ ਕੀ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਕਿ ਇਹ ਜਾਂ ਕੁਝ ਹੋਈ ਚੱਲੇ, ਅਸੀਂ ਇਹੀ ਭਾਸ਼ਾ ਦੇ ਵਿੱਚ ਜਵਾਬਦੇਹੀ ਚੱਲੀਏ ਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟ ਕੇ ਇਹ ਛੋਟੀਆਂ ਚੀਜ਼ਾਂ ਵੱਲ ਹੋ ਜਾਏ, ਪਰਸਨਲ ਕਮੈਂਟਸ ਵੱਲ ਹੋ ਜਾਏ, ਤੇ ਸਕਸੈਸਫੁਲੀ ਇਹ ਚੀਜ਼ ਹੋ ਰਹੀ ਹੈ। ਅੱਜ 8 ਤੋਂ 9 ਵਜੇ ਦੀ ਪ੍ਰਾਈਮ ਟਾਈਮ ਡਿਬੇਟ ਤੇ ਆਪਾਂ BBMB ਇਸ਼ੂ ਨਹੀਂ ਡਿਸਕਸ ਕਰ ਰਹੇ, ਆਪਾਂ ਦਿੱਲੀ ਆਰਡੀਨੈਂਸ ਇਸ਼ੂ ਨਹੀਂ ਡਿਸਕਸ ਕਰ ਰਹੇ, ਆਪਾਂ SYL ਇਸ਼ੂ ਨਹੀਂ ਡਿਸਕਸ ਕਰ ਰਹੇ, ਨਸ਼ੇ ਦਾ ਮੁੱਦਾ ਨਹੀਂ ਡਿਸਕਸ ਕਰ ਰਹੇ, ਆਪਾਂ ਡਿਸਕਸ ਕਰ ਰਹੇ ਹਾਂ ਪਰਸਨਲ ਕਮੈਂਟ। ਮਤਲਬ ਜੇ ਆਮ ਆਦਮੀ ਪਾਰਟੀ ਨੂੰ ਦਿੱਕਤ ਹੈ ਸੁਖਬੀਰ ਬਾਦਲ ਸਾਹਿਬ ਦੇ ਬਿਆਨ ਨਾਲ, ਉਹਨੂੰ ਲੱਗਦਾ ਕਿ ਡਿਫੈਮੇਟਰੀ ਹੈ, ਤੇ ਤੁਸੀਂ ਕੇਸ ਕਰ ਦਿਓ। ਪਹਿਲਾਂ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਸੁਪਰੀਮੋ ਨੇ ਮਾਫੀਆਂ ਮੰਗੀਆਂ, ਕੋਸ਼ਿਸ਼ ਕਰ ਲਓ, ਜੇ ਦੂਜੀ ਪਾਰਟੀ ਮਾਫੀ ਮੰਗਦੀ ਹੈ ਜਾਓ ਕੋਰਟ ਦੇ ਵਿੱਚ, ਉਹ ਸਹੀ ਤਰੀਕਾ ਹੈ। ਲੇਕਿਨ ਤੁਸੀਂ ਉਹੀ ਲੈਵਲ ਤੇ, ਜੇ ਤੁਸੀਂ ਕਹਿੰਦੇ ਦੂਜਾ ਵਿਅਕਤੀ ਗਲਤ ਲੈਵਲ ਤੇ ਆ ਰਿਹਾ ਹੈ, ਇੱਕ ਗਲਤ ਭਾਸ਼ਾ ਦਾ ਪ੍ਰਯੋਗ ਕਰ ਰਿਹਾ, ਤੁਸੀਂ ਉਹੀ ਭਾਸ਼ਾ ਦੇ ਵਿੱਚ ਨਹੀਂ ਜਵਾਬ ਦੇ ਸਕਦੇ। ਤੁਸੀਂ ਸਰਕਾਰ ਹੋ, ਸਰਕਾਰ ਤੇ ਪਾਰਟੀ ਦੇ ਵਿੱਚ ਇੱਕ ਪੋਲੀਟੀਸ਼ੀਅਨ ਤੇ ਇੱਕ ਸੀਐਮ ਦੇ ਵਿੱਚ ਗੌਰਵ ਜੀ ਬਹੁਤ ਵੱਡਾ ਅੰਤਰ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਦੂਜੀ ਗੱਲ ਗੌਰਵ ਜੀ, ਇੱਥੇ ਗਰੇਵਾਲ ਸਾਹਿਬ ਦਾ ਬਿਆਨ ਸੁਣੋ ਤੁਸੀਂ, ਕਹਿੰਦੇ ਜੀ ਅਸੀਂ ਭਗਵੰਤ ਮਾਨ ਸਾਹਿਬ ਦੇ ਰਾਜ ਦੇ ਵਿੱਚ ਬੇਅਦਬੀ ਨਹੀਂ ਹੋਣ ਦਿੱਤੀ। ਬੇਅਦਬੀਆਂ ਕਿੰਨੀਆਂ ਤਾਂ ਹੋ ਗਈਆਂ ਜੀ, ਉਹਨੂੰ ਮੈਨੂੰ ਲੱਗਦਾ ਗਰੇਵਾਲ ਸਾਹਿਬ ਨੂੰ ਪਤਾ ਹੀ ਨਹੀਂ ਹੈ ਪੰਜਾਬ ਦੇ ਵਿੱਚ ਹੋ ਕੀ ਰਿਹਾ। ਸਰਕਾਰ ਦਿੱਲੀ ਆਰਡੀਨੈਂਸ ਜ਼ਿਆਦਾ ਬਿਜ਼ੀ ਹੈ, ਬਹੁਤ ਬੇਅਦਬੀ ਇੰਸੀਡੈਂਟਸ ਹੋ ਗਿਆ ਪੰਜਾਬ 'ਚ, ਤੁਸੀਂ ਕਰ ਨਹੀਂ ਕੁਛ ਪਾ ਰਹੇ ਇਨਸਾਫ ਦਿਵਾਉਣ ਲਈ। ਦੂਜੀ ਗੱਲ ਕਹਿੰਦੇ ਅਸੀਂ ਕਰਪਸ਼ਨ ਨਹੀਂ ਹੋਣ ਦੇ ਰਹੇ ਪੰਜਾਬ ਦੇ ਵਿੱਚ, ਕੋਈ ਪੈਸਾ ਨਹੀਂ ਖਾ ਪਾ ਰਿਹਾ। ਉਹ ਭਾਈ ਸਾਹਿਬ, ਤੁਹਾਡੇ ਵਿਜੇ ਸਿੰਗਲਾ ਜੀ, ਤੁਹਾਡੇ ਅਮਿਤ ਰਤਨ ਜੀ ਤੇ ਕੇਸ ਵੀ ਹੋ ਗਏ, ਹਜੇ ਤੁਸੀਂ ਕਹਿ ਰਹੇ ਹੋ ਪੰਜਾਬ 'ਚ ਕੋਈ ਪੈਸਾ ਨਹੀਂ ਖਾ ਰਿਹਾ। ਥੋੜੀ ਦਿੱਲੀ ਦੀ ਮਿਨਿਸਟਰੀ, ਆਪਾਂ ਡਿਬੇਟ ਦੇ ਉੱਤੇ ਰਹੀਏ, ਮੈਂ ਪੁਆਇੰਟ ਦੇ ਉੱਤੇ ਰਹਾਂ ਤੇ ਗੱਲਾਂ ਵੱਡੀਆਂ ਕਰਦੇ ਸੋ ਗੌਰਵ ਜੀ। ਲਾਸਟ ਚੀਜ਼ ਇਹ ਹੈ ਕਿ ਇਹ ਤੁਹਾਨੂੰ ਯਾਦ ਹੋਊਗਾ, ਸੁਪਰੀਮ ਕੋਰਟ ਗਏ ਸੀ ਪੈਸਾ ਲਾ ਕੇ ਪੰਜਾਬ ਦੇ ਟੈਕਸ ਪੇਅਰ ਦਾ, ਜਦੋਂ ਗਵਰਨਰ ਸਾਹਿਬ ਦੇ ਖਿਲਾਫ ਗਏ ਹੈ, ਤੇ ਸੁਪਰੀਮ ਕੋਰਟ ਨੇ ਕੀ ਗੱਲ ਕਹੀ ਗੌਰਵ ਜੀ, ਕਿ ਜਿਹੜੇ ਟਵੀਟ ਇਹਨਾਂ ਦੀ ਸਰਕਾਰ ਨੇ ਕੀਤੇ, ਜਿਹੜੇ ਬਿਆਨਾਤ ਇਹਨਾਂ ਨੇ ਜਾਰੀ ਕੀਤੇ, ਉਹ ਡੈਰੋਗੇਟਰੀ ਸੀਗੇ ਤੇ ਅਨਕਨਸਟੀਟਿਊਸ਼ਨਲ ਸੀ। ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ 3-4 ਦਿਨ ਪਹਿਲਾਂ ਗਵਰਨਰ ਸਾਹਿਬ ਲਈ ਸ਼ਬਦ ਕੀ ਵਰਤੇ, ਉਸਨੇ ਕਹਾ, ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਵਿਅਕਤੀ ਲਈ ਗਵਰਨਰ ਲਈ ਵਰਤਿਆ ਸ਼ਬਦ, ਉਸਨੇ ਕਹਾ ਕਿ ਮੈਂ ਮੇਰੀ ਸਰਕਾਰ ਨਹੀਂ ਕਹੂੰਗਾ ਗੌਰਵ ਜੀ, ਕੀ ਇਹ ਸ਼ਬਦਾਂ ਦੀ ਮਰਿਆਦਾ ਰੱਖ ਰਹੇ? ਠੀਕ ਹੈ, ਚਲੋ ਮੈਂ ਬਿਲਕੁਲ ਜਿਹੜੇ ਅੱਜ ਡਿਬੇਟ ਦੇ ਵਿੱਚ ਅਸੀਂ ਕੁਐਸਚਨ ਦਿਖਾ ਰਹੇ ਹਾਂ ਨਾ ਖੜਿਆਲ ਸਾਹਿਬ, ਉਸ ਦੇ ਵਿੱਚ ਇੱਕ ਇਹ ਵੀ ਪੁਆਇੰਟ ਹੈ ਕਿ ਇੱਕ ਪੈਮਾਨਾ ਕੀ ਸੈੱਟ ਹੋਵੇ, ਕਿ ਇੱਕ ਤਾਂ ਬਹੁਤ ਵਧੀਆ ਮਿਆਰ ਹੈ ਜਦੋਂ ਸਾਰੇ ਇੱਕ ਦੂਜੇ ਦੇ ਬਾਰੇ ਗੱਲ ਕਰਦੇ ਨੇ, ਉਸ ਤੋਂ ਬਾਅਦ ਜਦੋਂ ਤੂੰ ਮੈਂ ਹੋ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਨਿੱਜੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਇੱਕ ਹੋਰ ਹੇਠਾਂ ਦਾ ਹੈ ਜਿੱਥੇ ਇਸ ਤਰੀਕੇ ਨਾਲ ਜਿਹੜੇ ਸ਼ਬਦਾਂ ਦੇ ਉੱਤੇ ਅੱਜ ਆਪਾਂ ਡਿਬੇਟ ਕਰ ਰਹੇ ਹਾਂ ਉਹ ਸ਼ਬਦਾਂ ਦਾ ਇਸਤੇਮਾਲ ਹੁੰਦਾ ਹੈ। ਫਿਰ ਉਸ ਤੋਂ ਵੀ ਹੇਠਾਂ ਚਲੇ ਜਾਓ ਕਿ ਪਰਿਵਾਰਾਂ ਦੇ ਉੱਤੇ ਟਿੱਪਣੀਆਂ ਸ਼ੁਰੂ ਹੋ ਗਈਆਂ, ਪਤਨੀਆਂ ਦੇ ਉੱਤੇ ਟਿੱਪਣੀਆਂ ਸ਼ੁਰੂ ਹੋ ਗਈਆਂ, ਤਾਂ ਉਹ ਇੱਕ ਲੈਵਲ ਵੀ ਦੇਖਣਾ ਹੋਏਗਾ ਕਿ ਕਿਸ ਲੈਵਲ ਦੇ ਉੱਤੇ ਕੌਣ ਟਿੱਪਣੀਆਂ ਜਾਂ ਕਿਸ ਤਰੀਕੇ ਦੀ ਬਿਆਨਬਾਜ਼ੀ ਹੋ ਰਹੀ ਹੈ। ਦਿਆਲ ਸਿੰਘ ਸੋਢੀ ਜੀ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਔਰ ਪੁਆਇੰਟ ਨੰਬਰ 2, ਇਹ ਫਰਸਟ੍ਰੇਸ਼ਨ ਵਾਲੀ ਗੱਲ ਕਿ ਤੁਹਾਨੂੰ ਹਜ਼ਮ ਹੁੰਦੀ ਹੈ? ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਫਰਸਟ੍ਰੇਸ਼ਨ ਹੈ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਜਿੱਤ ਹਜੇ ਵੀ ਹਜ਼ਮ ਨਹੀਂ ਹੋ ਰਹੀ 1-1.5 ਸਾਲ ਬਾਅਦ ਵੀ ਵਿਰੋਧੀਆਂ ਨੂੰ, ਇਸ ਕਰਕੇ ਇਸ ਤਰੀਕੇ ਦੀਆਂ ਟਿੱਪਣੀਆਂ ਨੇ। ਦੇਖੋ ਗੌਰਵ ਜੀ, ਜਿਸ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਲਈ ਸ਼ੁਰੂਆਤ ਕਰਦਾ ਹਾਂ ਕਿ ਅਸੀਂ ਸਾਰੇ ਜਿਹੜੇ ਸਪੋਕਸਮੈਨ ਬੈਠੇ ਹਾਂ ਜੀ ਵੱਖ-ਵੱਖ ਪਾਰਟੀਆਂ ਦੇ, ਅਸੀਂ ਸਾਰੇ ਹੀ ਪੰਜਾਬੀ ਔਰ ਪੰਜਾਬੀਅਤ ਦੇ ਮਦਈ ਹਾਂ, ਔਰ ਦੂਜੀ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਹਾਂ, ਔਰ ਗੁਰਬਾਣੀ ਦੇ ਵਿੱਚ ਵੀ ਬਾਬਾ ਫਰੀਦ ਜੀ ਦੇ ਸ਼ਲੋਕ ਦਾ ਇੱਕ ਕਥਨ ਹੈ ਕਿ ਬੁਰੇ ਦਾ ਕਰ ਭਲਾ। ਅਸੀਂ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਜੇ ਕੋਈ ਸਾਡੇ ਲਈ ਬੁਰਾ ਕਰਦਾ ਹੈ ਤੇ ਸਾਨੂੰ ਗੁੱਸਾ ਨਹੀਂ ਮਨ 'ਚ ਹਟਾਉਣਾ ਚਾਹੀਦਾ, ਸਗੋਂ ਉਹਦਾ ਭਲਾ ਕਰਨਾ ਚਾਹੀਦਾ। ਮੇਰਾ ਕਹਿਣਾ ਇਹ ਹੈ ਕਿ ਅੱਜ ਜਿਸ ਵਿਸ਼ੇ ਤੇ ਡਿਬੇਟ ਆਪਾਂ ਤੋਰੀ ਹੈ ਜੀ, ਸਭ ਤੋਂ ਤੁਸੀਂ ਇੱਕ ਕੁਐਸਚਨ ਕੀਤਾ ਸੀ ਕਿ ਇਹ ਟਿੱਪਣੀਆਂ ਜਿਹੜੀਆਂ ਕਦੋਂ ਸ਼ੁਰੂ ਹੋਈਆਂ। ਮੈਥੋਂ ਪਹਿਲਾਂ ਜਿਸ ਤਰ੍ਹਾਂ ਦੇ ਬੁਲਾਰੇ ਬੋਲ ਕੇ ਗਏ ਨੇ, ਮੈਂ ਜੇ ਅੱਜ ਸੁਖਬੀਰ ਬਾਦਲ ਜੀ ਵੱਲੋਂ ਕਿਸੇ ਨੂੰ ਚਲੋ ਪਾਗਲ ਕਿਹਾ ਗਿਆ, ਮੈਂ ਨਿੰਦਿਆ ਕਰਦਾ, ਇਹ ਸ਼ਬਦ ਨਹੀਂ ਕਹਿਣੇ ਚਾਹੀਦੇ। ਲੇਕਿਨ ਸ਼ਬਦਾਂ ਦੀ ਸ਼ੁਰੂਆਤ ਜਿਵੇਂ ਪਹਿਲਾਂ ਬਲਟੋਹਾ ਸਾਹਿਬ ਨੇ ਵੀ ਦੱਸਿਆ
ਕਿ ਚਾਹੇ ਉਹ ਅਮਲੀ ਦੇ ਤੌਰ ਤੇ ਹੋਵੇ, ਚਾਹੇ ਉਹ ਮੰਦਬੁੱਧੀ ਬੱਚੇ ਤੇ ਕਹਿਣ ਤੇ ਹੋਵੇ, ਤੇ ਚਾਹੇ ਉਹ ਇਹ ਵੀ ਕਹਿਣਾ ਕਿ ਉਹਨੂੰ ਤਾਂ ਪਤਾ ਹੀ ਨਹੀਂ ਕਿ 2:30 ਕਦੋਂ ਵੱਜਦੇ ਆ। ਮੇਰਾ ਕਹਿਣਾ ਇਹ ਹੈ ਕਿ ਕਿਸੇ ਵੀ ਵਿਅਕਤੀ ਲਈ ਜਿਹੜਾ ਸ਼ਬਦਾਂ ਜ਼ਿਆਦਾ ਹੈ ਉਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਉਦੋਂ ਅਸੀਂ ਇੱਕ ਕਿਸੇ ਸੂਬੇ ਦੇ ਮੁੱਖ ਮੰਤਰੀ ਆ ਜਾਂ ਕਿਸੇ ਪਾਰਟੀ ਦੇ ਲੀਡਰ ਆ, ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਲੋਕਾਂ ਨੂੰ ਸੇਧ ਦੇਣ ਵਾਲੇ ਵਿਅਕਤੀ ਆ, ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਕੀ ਸੋਚੇ, ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਮਾਰਗ ਦਿਸ਼ਾ ਦੇ ਸਕਾਂਗੇ ਜੇ ਅਸੀਂ ਇਸ ਬਿਆਨ ਦੇ ਕੇ ਜਾਂ ਇਸ ਤਰ੍ਹਾਂ ਦੇ ਭਾਸ਼ਾ ਬੋਲ ਕੇ ਅਸੀਂ ਆਪਣੇ ਆਪ ਨੂੰ, ਮੈਂ ਸਮਝਦਾ ਕਿ ਇੱਕ ਘਟੀਆ ਰਾਜਨੀਤੀ ਦਾ ਜਿਹੜਾ ਹੈਗਾ ਸਬੂਤ ਦੇ ਰਹੇ ਆ। ਸੋ ਜਿੱਥੋਂ ਆਮ ਆਦਮੀ ਪਾਰਟੀ ਦਾ ਸਵਾਲ ਹੈ, ਆਮ ਆਦਮੀ ਪਾਰਟੀ ਤਾਂ ਠੀਕ ਹੈ, ਜਦੋਂ ਤਾਂ ਇਹ ਬੋਲਦੇ ਨੇ ਉਦੋਂ ਤਾਂ ਠੀਕ ਹੈ, ਜਦੋਂ ਕੋਈ ਇਹਨਾਂ ਬਾਰੇ ਬੋਲਦਾ ਫਿਰ ਇਹ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਟੱਪ ਉੱਠਦੇ ਆ। ਮੇਰਾ ਕਹਿਣਾ ਇਹ ਜੇ ਰਾਮਲੀਲਾ ਗਰਾਊਂਡ ਮੈਦਾਨ ਦੇ ਵਿੱਚ ਇੱਕ ਸੰਵਿਧਾਨਕ ਪੋਸਟ ਦੇ ਸੰਵਿਧਾਨਕ ਮੁਖੀ ਪੰਜਾਬ ਦੇ ਗਵਰਨਰ ਸਾਹਿਬ ਬਾਰੇ ਜਿਹੜੀ ਭਾਸ਼ਾ ਵਰਤੀ ਗਈ ਹੈ, ਤੂੰ ਤੱਕ ਹੈ, ਤੇ ਉਹ ਕਿਹੜਾ ਫਿਰ ਇਹਨਾਂ ਦੀ ਕੋਈ ਚੰਗੀ ਗੱਲ ਹੈ। ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਅਸੀਂ ਵੀ ਜਿਹੜੇ ਸਪੋਕਸਮੈਨ ਬੈਠੇ ਆ, ਸਾਨੂੰ ਵੀ ਕਿਸੇ ਡਿਬੇਟ ਦੇ ਵਿੱਚ ਅਸੀਂ ਵੀ ਕਿਸੇ ਦੇ ਖਿਲਾਫ ਕੋਈ ਇਹੋ ਜਿਹੇ ਸ਼ਬਦਾਂ ਦੀ ਮਰਜ਼ਾਦਾ ਦਾ ਉਲੰਘਣ ਕਰਦੇ ਆ, ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਬਹੁਤ ਲੋਕ ਦੇਖਦੇ ਨੇ। ਬਿਲਕੁਲ ਮੇਰਾ ਨਹੀਂ ਸੋਢੀ ਸਾਹਿਬ, ਮੈਂ ਜੋ ਖੜਿਆਲ ਸਾਹਿਬ ਨਾਲ ਜ਼ਿਕਰ ਕਰ ਰਿਹਾ ਸੀ, ਛੋਟਾ ਜਿਹਾ ਰਿਐਕਸ਼ਨ ਉਸ ਦੇ ਉੱਪਰ ਦਵੋ। ਇੱਕ ਤੂੰ ਕਰਕੇ ਬੋਲਣਾ, ਇੱਕ ਦੂਜੇ ਪਾਸੇ ਪਾਗਲ ਮੰਦਬੁੱਧੀ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ, ਇਹ ਤਾਂ ਦੋਵੇਂ ਬਹੁਤ ਫਰਕ ਲੱਗ ਰਿਹਾ ਕਿ ਇੱਕ ਤਾਂ ਫਿਰ ਵੀ ਥੋੜੀ ਜਿਹੀ ਠੀਕ ਠਾਕ ਹੈ ਕਿ ਚਲੋ ਤੂੰ ਹੀ ਕਹਿ ਦਿੱਤਾ, ਇੱਕ ਪਾਸੇ ਦੂਜੇ ਇੱਕ ਬਹੁਤ ਹੇਠਲਾ ਮਿਆਰ ਹੈ ਕਿ ਦੋਵਾਂ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਹੈ? ਆਮ ਤੌਰ ਤੇ ਜਿਹੜੇ ਘਰ ਬੈਠ ਕੇ ਇਸ ਸਮੇਂ ਸੁਣ ਰਹੇ ਹੋਣਗੇ ਸ਼ਾਇਦ ਉਹ ਸੋਚ ਰਹੇ ਹੋਣ ਕਿ ਨਹੀਂ ਤੂੰ ਵਾਲੀ ਗੱਲ ਇੰਨੀ ਵੱਡੀ ਨਹੀਂ ਲੱਗਦੀ ਜਿੰਨੀ ਕਿਸੇ ਨੂੰ ਮੰਦਬੁੱਧੀ ਕਹਿ ਦੇਣਾ ਜਾਂ ਕਿਸੇ ਨੂੰ ਪਾਗਲ ਕਹਿ ਦੇਣਾ। ਦੇਖੋ ਮੈਂ ਸਮਝਦਾ ਹਾਂ ਕਿ ਜਿਹੜੀ ਸ਼ਬਦਾਂ ਦੀ ਭਾਸ਼ਾ ਹੈ ਉਹਦਾ ਇਸਤੇਮਾਲ ਜੇ ਅਸੀਂ ਆਪਣੇ ਜਿਹੜਾ ਸਾਡਾ ਦੇਸ਼ ਹੈ ਗੌਰਵ ਜੀ, ਉਹ ਨੈਤਿਕ ਕਦਰਾਂ ਕੀਮਤਾਂ ਦਾ ਦੇਸ਼ ਹੈ। ਮੈਨੂੰ ਲੱਗਦਾ ਅਸੀਂ ਨੈਤਿਕ ਕਦਰਾਂ ਕੀਮਤਾਂ ਭੁੱਲ ਗਏ। ਅਸੀਂ ਜਦੋਂ ਕਿਸੇ ਦਾ ਨਾਂ ਲੈਂਦੇ ਆ ਤੇ ਅਸੀਂ ਗੌਰਵ ਜੀ ਕਹਿ ਕੇ ਬੁਲਾਉਣੇ ਆ, ਹਮੇਸ਼ਾ ਜੀ ਨਾਲ ਲਾਉਣੇ ਆ। ਉਹ ਵਾਲੀ ਗੱਲ ਤਾਂ ਪੂਰ ਰਹੀ। ਜੇ ਸਾਡਾ ਕੋਈ ਵਿਰੋਧੀ ਅਸੀਂ ਉਹਨੂੰ ਵੀ ਕਹਿੰਦੇ ਆ, ਜੇ ਡਿਬੇਟ ਤੇ ਬੈਠੇ ਆ ਅਸੀਂ ਗਰੇਵਾਲ ਜੀ ਬੋਲਦੇ ਆ। ਬਿਲਕੁਲ ਮੇਰਾ ਕਹਿਣਾ ਇਹ ਹੈ ਕਿ ਨੈਤਿਕ ਕੀਮਤਾਂ ਨੂੰ ਭੁੱਲ ਕੇ ਜਿਹੜੀ ਅੱਜ ਅਸੀਂ ਅਗਵਾਈ ਕਰ ਰਹੇ ਆ ਤੇ ਇਹ ਪੀੜ੍ਹੀ ਸਾਨੂੰ ਆਉਣ ਵਾਲੀ ਨੇ ਮਾਫ ਨਹੀਂ ਕਰਨਾ ਜਿਹੜੇ ਚੱਕਰਾਂ 'ਚ ਅਸੀਂ ਪੈ ਗਏ ਆ। ਸੋ ਮੇਰਾ ਕਹਿਣਾ ਕਿ ਪਾਗਲ ਕਹਿਣਾ ਜਾਂ ਮੱਦਬੁੱਧੀ ਕਹਿਣਾ ਇਹ ਬਿਲਕੁਲ ਭਾਸ਼ਾ ਨਹੀਂ ਹੋਣੀ ਚਾਹੀਦੀ। ਨੋ ਡਾਊਟ, ਮਤਲਬ ਤੁਸੀਂ ਇਹ ਕਰ ਰਹੇ ਹੋ ਕਿ ਜਾਇਜ਼ ਤਾਂ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ। ਖੜਿਆਲ ਸਾਹਿਬ ਮੈਂ ਤੁਹਾਡੇ ਕੋਲ ਆਉਣਾ, ਸੋਢੀ ਸਾਹਿਬ ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਕਿਹਾ ਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਅੱਜ ਡਿਬੇਟ 'ਚ ਵੀ ਗੱਲਬਾਤ ਹੋ ਰਹੀ ਹੈ, ਮੈਂ ਕਿਸੇ ਨੂੰ ਸੰਬੋਧਨ ਕਰ ਰਿਹਾ ਤਾਂ ਜੀ ਜਾਂ ਸਾਹਿਬ ਹੈ, ਜੇ ਤੁਸੀਂ ਮੇਰੇ ਵਾਲੇ ਪਾਸੇ ਮੇਰਾ ਨਾਮ ਲੈ ਰਹੇ ਹੋ ਤਾਂ ਉਸ ਦੇ ਪਿੱਛੇ ਵੀ ਜੀ ਜ਼ਰੂਰ ਨਜ਼ਰ ਆ ਰਿਹਾ ਹੈ। ਹਾਲਾਂਕਿ ਜੇ ਗੌਰਵ ਵੀ ਕਹੋਗੇ ਮੈਨੂੰ ਕੋਈ ਦਿੱਕਤ ਨਹੀਂ, ਪਰ ਪੁਆਇੰਟ ਇਹ ਹੈ ਕਿ ਵਾਕਈ ਇਹ ਸਾਰੇ ਪਾਸੇ ਹੋਣਾ ਚਾਹੀਦਾ। ਔਰ ਦੂਜਾ ਪੁਆਇੰਟ ਇਹ ਵੀ ਹੈ ਕਿ ਜਦੋਂ ਆਪਾਂ ਤੂੰ ਵਾਲੀ ਗੱਲ ਕਰਦੇ ਹਾਂ, ਆਮ ਤੌਰ ਤੇ ਕਿਹਾ ਜਾਂਦਾ ਨੇ ਕਿ ਜਿਹੜੇ ਲੰਗੋਟੀਏ ਬਚਪਨ ਦੇ ਯਾਰ ਹੁੰਦੇ ਨੇ ਉਹ ਆਪਸ ਦੇ ਵਿੱਚ ਇਸ ਤਰੀਕੇ ਨਾਲ ਗੱਲਬਾਤ ਕਰ ਲੈਣੇ ਕਿ ਤੂੰ ਕਿੱਥੇ ਗਿਆ, ਤੂੰ ਆਇਆ, ਕਿ ਬਾਕੀ ਸਿਆਸਤਦਾਨ ਉਸ ਤਰੀਕੇ ਨਾਲ ਗੱਲ ਕਰਨ। ਖੜਿਆਲ ਸਾਹਿਬ ਥੋੜੀ ਜਿਹੀ ਵੇਟ ਕਰਿਓ, ਇੱਕ ਵਾਰੀ ਮੈਂ ਰਿਐਕਸ਼ਨ ਲੈ ਲਵਾਂ ਗਰੇਵਾਲ ਸਾਹਿਬ ਦਾ। ਗਰੇਵਾਲ ਸਾਹਿਬ, ਪੁਆਇੰਟ ਜੋ ਵਲਟੋਹਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਪਾਗਲ ਸ਼ਬਦ ਦੇ ਉੱਤੇ ਬਹੁਤ ਕਿੰਤੂ ਪਰੰਤੂ ਹੈ, ਕਹਿੰਦੇ ਪਹਿਲਾਂ ਤਾਂ ਮਤਲਬ ਸਮਝਾ ਦਿਓ ਕਿ ਪਾਗਲ ਔਰ ਮੰਦਬੁੱਧੀ ਦੋਵੇਂ ਸ਼ਬਦਾਂ ਦੇ ਵਿੱਚ ਕੋਈ ਅੰਤਰ ਹੈ ਕਿ ਨਹੀਂ ਹੈ? ਗੌਰਵ ਜੀ ਦੇਖੋ, ਸਭ ਤੋਂ ਪਹਿਲਾਂ ਮੈਂ ਸਭ ਦਾ ਕਲੈਕਟਿਵ ਜਵਾਬ ਦਿੰਦਾ ਤੇ ਇਕੱਠੀ ਗੱਲ ਕਰ ਰਹੇ। ਬਿਲਕੁਲ ਨੈਤਿਕ ਕਦਰਾਂ ਕੀਮਤਾਂ ਇੱਥੇ ਤੱਕ ਗਿਰ ਗਈਆਂ ਜੀ ਕਿ ਆਪਾਂ ਧੀਆਂ ਦੇ ਬਲਾਤਕਾਰੀਆਂ ਤੇ ਧੀਆਂ ਦੇ ਉਲੰਘਣਾ ਕਰਨ ਵਾਲਿਆਂ ਤੇ ਹਾਰ ਪਾਉਂਦੇ ਆ। ਸਰ ਨੈਤਿਕ ਕਦਰਾਂ ਕੀਮਤਾਂ ਤੇ ਇਹਦਾ ਗੱਲ ਹੀ ਨਾ ਕਰੇ ਕੋਈ। ਸਰ ਪਹਿਲੀ ਗੱਲ। ਦੂਜੀ ਗੱਲ, ਬਿਲਕੁਲ ਇਹਨਾਂ ਨੇ ਕਿਹਾ ਕਿਹਨੇ ਸ਼ੁਰੂ ਕੀਤਾ? ਢੀਂਡਸਾ ਸਾਹਿਬ ਨੇ ਮਾਨ ਸਾਹਿਬ ਦਾ ਪੋਸਟਰ ਦੇਖ ਕੇ ਬੜੀ ਸੋਹਣੀ ਕੋਈ ਟਿੱਪਣੀ ਕੀਤੀ ਸੀ। ਚਲੋ ਆਪਾਂ ਉਹ 'ਚ ਵੀ ਨਹੀਂ ਪੈਂਦੇ। ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਹੈ ਜੀ, ਰਾਜ ਭਾਗ ਕਿਸੇ ਨੂੰ ਨਹੀਂ ਮਿਲਿਆ। ਰਾਜ ਭਾਗ ਵਾਲੇ ਗਰੇਵਾਲ ਸਾਹਿਬ ਦੱਸ ਦਿਓ, ਮੈਨੂੰ ਲੱਗਦਾ ਕਿ ਟਿੱਪਣੀਆਂ ਬਹੁਤ ਸਾਰੇ ਲੋਕ ਸੁਣ ਰਹੇ ਹੋਣੇ ਔਰ ਸੋਚ ਰਹੇ ਹੋਣੇ ਕਿ ਕਿਹੜੀ ਢੀਂਡਸਾ ਸਾਹਿਬ ਨੇ ਕਿਹੜੀ ਟਿੱਪਣੀ ਕੀਤੀ ਸੀ। ਕਈ ਵਾਰੀ ਬਹੁਤ ਚੀਜ਼ਾਂ ਚੇਤੇ ਨਹੀਂ ਰਹਿੰਦੀਆਂ, ਤੁਸੀਂ ਸ਼ਾਇਦ ਯਾਦ ਰੱਖ ਰਹੇ ਹੋ। ਖੁੱਲ ਕੇ ਗੱਲ ਕਰੋ ਨਾ, ਕੋਈ ਦਿੱਕਤ ਨਹੀਂ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ। ਘੱਟੋ ਘੱਟ ਕੋਈ ਗਾਲੀ ਗਲੋਚ ਹੈ ਤਾਂ ਗੱਲ ਵੱਖਰੀ ਹੈ ਕਿ ਜਿਹੜੇ ਸ਼ਬਦ ਦਾ ਇਸਤੇਮਾਲ ਕਰ ਸਕਦੇ, ਕਰੋ ਪਤਾ ਲੱਗੇ ਕਿ ਆਖਿਰ ਬੋਲਿਆ ਕੀ ਗਿਆ। ਇਹਨਾਂ ਦੇ ਹਲਕਾ ਇੰਚਾਰਜਾਂ ਦੇ ਉੱਪਰ ਜਿਸ ਤਰ੍ਹਾਂ ਦੇ ਪਰਚੇ ਦਰਜ ਹੋ ਰਹੇ ਨੇ, ਇਹਨਾਂ ਦੀਆਂ ਖਬਰਾਂ ਆ ਰਹੀਆਂ, ਤੇ ਇਹ ਇਹਨਾਂ ਦੀ ਜਿਹੜੀ ਪਾਰਟੀ ਹੈ ਇਹ ਧੋਤੀ ਹੋ ਗਈ। ਮੇਰਾ ਸਵਾਲ ਆ ਗਰੇਵਾਲ ਸਾਹਿਬ ਨੂੰ, ਲੈਣ ਦਿਓ ਇੱਕ ਵਾਰੀ ਰਿਐਕਸ਼ਨ ਲੈਣ ਦਿਓ। ਸੋਢੀ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ। ਗਰੇਵਾਲ ਜੀ ਹੁਣ ਸੁਣੋ, ਢੀਂਡਸਾ ਸਾਹਿਬ ਨੇ ਜਿਸ ਟੋਨ ਤੇ ਜਿਸ ਸਟੈਂਡ 'ਚ ਕਿਹਾ ਸੀਗਾ ਕਿ ਇਹ ਹਾਸਾ ਨਿਕਲਦਾ, ਮੈਂ ਨਹੀਂ ਔਰ ਰਿਪੀਟ ਕਰੂੰਗਾ, ਟੀਵੀ ਤੇ ਬੈਠੇ। ਤੀਜੀ ਗੱਲ, ਜਿਹੜੇ ਸ਼ਬਦ ਇਸਤੇਮਾਲ ਕੀਤੇ ਆਪਣੇ ਕੀ ਕਹਿੰਦੇ ਵਲਟੋਹਾ ਜੀ ਨੇ, ਮੰਦਬੁੱਧੀ, ਗੱਪੀ, ਅਮਲੀ,
ਐਂਡ ਐਡ ਕੀਤਾ ਬੀਜੇਪੀ ਨੇ 2:30 ਵਜੇ ਬੀਜੇਪੀ ਨੇ ਐਡ ਕੀਤਾ। ਇਹ ਕੁਝ ਲੀਡਰ ਸੀ ਜੀ, ਸਿੱਧੂ ਸਾਹਿਬ, ਵੜਿੰਗ ਸਾਹਿਬ, ਖਹਿਰਾ ਸਾਹਿਬ, ਕੈਪਟਨ ਸਾਹਿਬ, ਚੰਨੀ ਸਾਹਿਬ, ਬਾਜਵਾ ਸਾਹਿਬ, ਇਹਨਾਂ ਨੇ ਸ਼ੁਰੂਆਤ ਕੀਤੀ ਸੀ ਸਰ। ਅਸੀਂ ਨਹੀਂ ਸੀਗੇ ਉਦੋਂ, ਅਸੀਂ ਤਾਂ ਬਾਅਦ ਚ ਆਏ। ਇਹ ਸਾਹਿਬ ਬਾਰੇ ਨਾ 2013 ਤੋਂ ਪਹਿਲਾਂ ਛੋਟੇ ਬਾਦਲ ਸਾਹਿਬ ਬਾਰੇ ਇਹ ਗੱਲਾਂ ਇਹ ਲੋਕ ਬੋਲਦੇ ਹੁੰਦੇ ਸੀਗੇ, ਅਸੀਂ ਨਹੀਂ ਬੋਲਦੇ ਹੁੰਦੇ ਸੀ। ਆਪਾਂ ਸਾਰੇ ਇਸੇ ਦੁਨੀਆ 'ਚ ਰਹਿੰਦੇ ਸੀ। ਗੌਰਵ ਜੀ ਇੱਥੇ ਕਿੱਥੇ ਹੋਇਆ, ਚਲੋ ਕੋਈ ਗੱਲ। ਹੁਣ ਜਿਹੜੀ ਗੱਲ ਇਹ ਕਰ ਰਹੇ ਹੈ, ਇਹ ਤਾਂ ਅਕਾਲੀ ਦਲ ਤੇ ਭਾਜਪਾ ਦਾ ਆਪਣਾ ਬਾਦਲ ਸਾਹਿਬ ਤੇ ਗੁੱਸਾ ਕੱਢ ਰਹੇ ਹੈ ਜੀ, ਸਿੱਧੀ ਜੀ ਗੱਲ ਹੈ, ਇਹਨਾਂ ਦਾ ਗੁੱਸਾ ਹੈ ਐਂਡ ਇਹ ਕੱਢ ਰਹੇ ਨੇ। ਕਿਉਂ? ਇਹ ਸਿੱਧਾ ਬੋਲ ਨਹੀਂ ਸਕਦੇ। ਅਸੀਂ ਕਦੇ ਨਹੀਂ ਗਏ ਜੀ ਇੱਥੇ। ਜਦੋਂ ਅਸੀਂ ਲੜਾਈ ਲੜਨੀ ਸ਼ੁਰੂ ਕੀਤੀ, ਸਾਡਾ ਮਜ਼ਾਕ ਉਡਾਇਆ, ਸਾਨੂੰ ਚੌਂਕਾਂ 'ਚ ਗਾਲਾਂ ਕੱਢੀਆਂ। ਗੌਰਵ ਜੀ ਤੁਹਾਡੇ ਪ੍ਰੋਗਰਾਮ ਤੇ ਮੇਰੇ ਪਰਿਵਾਰ ਬਾਰੇ ਕੀ ਕੀ ਟਿੱਪਣੀਆਂ ਹੋਈਆਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਇਹਨਾਂ ਦੀ ਬੀਜੇਪੀ ਵਾਲੇ ਇਹ ਸਾਰੇ ਸੱਜਣ ਕੀ ਬੋਲਦੇ ਆਪਾਂ ਸਭ ਜਾਣਦੇ ਆ। ਅਸੀਂ ਇੱਕ ਗੱਲ ਕਹਿੰਦੇ ਆ ਕਿ ਹੁਣ ਵੀ ਡਰਾ ਦ ਲਾਈਨ ਜੀ, ਤੁਸੀਂ ਜੋ ਬੋਲਣਾ ਸੀ ਬੋਲ ਲਿਆ। ਅਸੀਂ ਬਹੁਤ ਦੇਰ ਦੇ ਕਹਿੰਦੇ ਪੰਜਾਬ ਦੇ ਮੁੱਦਿਆਂ ਤੇ ਸਾਨੂੰ ਘੇਰੋ, ਸਾਡੇ ਨਾਲ ਗੱਲ ਕਰੋ, ਸਾਨੂੰ ਜੋ ਮਰਜ਼ੀ ਕਹੋ। ਅੱਛਾ, ਗਵਰਨਰ ਸਾਹਿਬ ਮਾਨ ਸਾਹਿਬ ਇੱਕ ਸਪੀਚ ਦੇ ਰਹੇ ਸੀ, ਇੱਕ ਸਪੀਚ ਦਿੰਦੇ ਦਿੰਦੇ ਇੱਕ ਸੈਂਟੈਂਸ ਦਾ ਇੱਕ ਸ਼ਬਦ ਉਹ ਤਾਂ ਫੜ ਲਿਆ ਇਹਨਾਂ ਨੇ, ਉਹ ਤਾਂ ਇਹਨਾਂ ਨੇ ਫੜ ਲਿਆ ਬਿਲਕੁਲ। ਤਾਂ ਕੈਮਰੇ ਬੈਠੇ ਹੈ, ਪਰ ਤੁਸੀਂ 24 ਘੰਟੇ ਜਿਸ ਤਰੀਕੇ ਦਾ ਤੁਸੀਂ ਤੁਹਾਡੇ ਪ੍ਰੋਗਰਾਮ ਮੈਂ ਕਿਹਾ ਸੀ ਕਿ ਰੱਬ ਦਾ ਵਾਸਤਾ ਘਰ ਤਾਂ ਵਸ ਲੈਣ ਦਿਓ ਕਿਸੇ ਦਾ। ਤੁਸੀਂ ਜਿਸ ਤਰੀਕੇ ਨਾਲ ਗੱਲ ਰਹੇ ਹੋ ਐਂਡ ਤੁਹਾਨੂੰ ਕਿਸ ਗੱਲ ਤੇ ਜੀ ਆ ਨਹੀਂ ਕੀਤਾ, ਨਹੀਂ ਚਲੋ ਨਹੀਂ, ਉਸ ਤੋਂ ਬਾਅਦ ਤੁਸੀਂ ਜੋ ਸ਼ਬਦਾਵਲੀ ਵਰਤਦੇ ਹੋ, ਅੱਜ ਜੋ ਅਕਾਲੀ ਦਲ ਭਾਜਪਾ ਬੋਲ ਰਹੀ ਹੈ, ਮੈਂ ਸਮਝਦਾ, ਮੈਂ ਤੁਹਾਡਾ ਗੁੱਸਾ ਸਮਝਦਾ, ਤੁਹਾਡਾ ਬਾਦਲ ਸਾਹਿਬ ਦੇ ਪ੍ਰਤੀ ਗੁੱਸਾ। ਅੱਜ ਤੁਸੀਂ ਹੋਰ ਵੀ ਗੱਲਾਂ ਕੱਢੋਗੇ, ਤੁਸੀਂ ਹੁਣ ਵੀ ਕਹੋਗੇ ਕਿ ਆ ਵੀ ਬੋਲਦੇ ਸੀ, ਅਸੀਂ ਨਹੀਂ ਬੋਲਦੇ ਸੀ ਭਾਈ। ਗੁੱਸਾ ਬੀਜੇਪੀ ਦਾ ਤੇ ਅਕਾਲੀ ਦਲ ਦਾ ਹੋਗਾ ਹੀ ਹੋਗਾ। ਦੇ ਆਲ ਨੋ ਕਿ ਪਤਨ ਦਾ ਕਾਰਨ ਕੀ ਹੈ, ਦੇ ਆਲ ਨੋ ਕਿ ਹੁਣ ਇਕੱਠੇ ਨਾ ਹੋਣ ਦਾ ਕਾਰਨ ਕੀ ਹੈ। ਇਹਨਾਂ ਨੂੰ ਸਭ ਨੂੰ ਪਤਾ ਹੈ ਨਾ। ਠੀਕ ਹੈ, ਮੈਂ ਰਿਐਕਸ਼ਨ ਲੈ ਲਵਾਂ ਸਰ, ਥੋੜਾ ਛੋਟਾ ਰੱਖੋ ਤਾਂ ਕਿ ਬਾਰ-ਬਾਰ ਆਵਾਂ। ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ, ਨਹੀਂ ਤਾਂ ਫਿਰ 2-4 ਪੁਆਇੰਟ ਹੀ ਰਹਿ ਜਾਂਦੇ ਨੇ। ਖੜਿਆਲ ਸਾਹਿਬ ਛੋਟਾ ਜਿਹਾ ਐਡ ਕਰਿਓ ਪਲੀਜ਼, ਤੁਸੀਂ ਬਹੁਤ ਦੇਰ ਦੇ ਕੁਝ ਕਹਿਣਾ ਚਾਹ ਰਹੇ ਹੋ। ਮੈਂ ਉਸ ਤੋਂ ਬਾਅਦ ਵਲਟੋਆ ਸਾਹਿਬ ਦਾ ਰੁਖ ਕਰਦਾ। ਖੜਿਆਲ ਜੀ। ਗੌਰਵ ਜੀ, ਤੁਸੀਂ ਉਹ ਕਹਾਵਤ ਸੁਣੀ ਹੈ, ਜਿਹੜਾ ਬਦਲਾਵ ਆਪਾਂ ਦੁਨੀਆ 'ਚ ਦੇਖਣਾ ਚਾਹੁੰਦੇ ਆ ਉਹ ਸਾਡੇ ਤੋਂ ਸ਼ੁਰੂ ਹੁੰਦਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਬਦਲਾਵ ਦੀ ਗੱਲ ਕਰਕੇ ਆਈ ਸੀ, ਉਹ ਬਦਲਾਵ ਤਾਂ ਮੈਨੂੰ ਨਜ਼ਰ ਆ ਰਿਹਾ ਹੈ, ਲੇਕਿਨ ਉਹ ਬਦਲਾਵ ਬਦਲੇ ਵਾਲਾ ਹੈ। ਉਹ ਬਦਲਾਵ ਜਿਹੜੀ ਮਾਨ ਮਰਿਆਦਾ ਹੈ, ਪੋਲਿਟਿਕਸ ਦਾ ਮਿਆਰ ਹੈ, ਏਜੰਡਾ ਦੀ ਰਾਜਨੀਤੀ ਹੈ, ਉਹ ਸਾਰਾ ਕੁਝ ਗਿਰਾ ਕੇ ਪਰਸਨਲ ਕਮੈਂਟਸ 'ਚ ਇੰਡਲਜ ਕਰਨਾ, ਇਹ ਬਦਲਾਵ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ। ਤੁਸੀਂ ਇਹ ਗੱਲ ਦੇਖੋ ਗੌਰਵ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੋਜੀਸ਼ਨ ਆਫ ਪਾਵਰ ਤੇ ਹੈ। ਜੇ ਵਾਕਈ ਚਾਹਣਗੇ ਵੀ ਏਜੰਡਿਆਂ ਤੇ ਗੱਲਬਾਤ ਹੋਵੇ ਤੇ ਕਰ ਸਕਦੇ ਆ। ਇਹ ਡਾਇਰੈਕਸ਼ਨ ਦੇ ਸਕਦੇ ਆ ਪੂਰੇ ਸੂਬੇ ਨੂੰ, ਇਹ ਨਵਾਂ ਪ੍ਰੈਸੀਡੈਂਟ ਸੈਟਅਪ ਕਰ ਸਕਦੇ ਆ। ਲੇਕਿਨ ਇਹ ਕੀ ਚੂਜ਼ ਕਰ ਰਹੇ ਹੈ, ਪਰਸਨਲ ਟਿੱਪਣੀਆਂ ਕਰਨੀਆਂ। ਤੇ ਮੈਂ ਤੁਹਾਨੂੰ ਦੱਸ ਦਿੰਦਾ, ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਨਾ ਕਿ ਅਸਤਾ ਜੀ ਕੁਝ ਕਿਹਾ ਨਹੀਂ, ਉਹ ਭਗਵੰਤ ਮਾਨ ਸਾਹਿਬ ਸੀ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਲੀਡਰ ਦੀ ਇੱਕ ਦੀ ਘਰ ਵਾਲੀ ਕਿੰਨੇ ਗਹਿਣੇ ਪਾਉਂਦੀ ਹੈ, ਉਹ ਗਹਿਣੇ ਕਿੰਨੇ ਨੇ, ਇਹ ਬਿਆਨ ਭਗਵੰਤ ਮਾਨ ਸਾਹਿਬ ਦੁਆਰਾ ਦਿੱਤਾ ਗਿਆ। ਕੈਪਟਨ ਸਾਹਿਬ ਦਾ ਜ਼ਿਕਰ ਕਰਦੇ ਸੀਗੇ, ਅਰੂਸਾ ਆਲਮ ਦਾ ਜ਼ਿਕਰ ਭਗਵੰਤ ਮਾਨ ਸਾਹਿਬ ਕਰਦੇ ਸੀਗੇ। ਜਦੋਂ ਚੰਨੀ ਸਾਹਿਬ ਦੀ ਵਾਈਫ ਦਾ ਜ਼ਿਕਰ ਕੀਤਾ, ਉਹਨਾਂ ਨੇ ਮਿਸਿਸ ਦਾ ਜ਼ਿਕਰ ਕੀਤਾ, ਕਹਿੰਦੇ ਉਹ ਇਹ ਗੱਡੀ ਦੇ ਵਿੱਚ ਕਿਉਂ ਬਹਿੰਦੀ ਹੈ, ਉਹਨਾਂ ਦਾ ਬੇਟਾ ਮਰਸੀਡੀਜ਼ ਦੇ ਵਿੱਚ ਕਿਉਂ ਚੜਦਾ ਹੈ। ਕਿਹੜੇ ਲੀਡਰ ਦੀ ਵਾਈਫ ਜਾਂ ਸਨ ਬਾਰੇ ਗੌਰਵ ਜੀ ਇੱਕ ਸੀਐਮ ਨੂੰ ਟਿੱਪਣੀ ਕਰਨੀ ਚਾਹੀਦੀ ਹੈ? ਅੱਛਾ, ਅਗਲੀ ਗੱਲ ਦੇਖੋ, ਉਦੋਂ ਸੀਐਮ ਨਹੀਂ ਸੀ ਹਾਲਾਂਕਿ, ਲੇਕਿਨ ਸੀਐਮ ਹੋਣ ਦੇ ਬਾਵਜੂਦ ਭਗਵੰਤ ਮਾਨ ਸਾਹਿਬ ਇਹ ਜੇ ਕਮੈਂਟਸ ਕਰ ਰਹੇ ਹੈ, ਚਾਹੇ ਗਵਰਨਰ ਲਈ ਹੋਵੇ, ਚਾਹੇ ਸਿੱਧੂ ਸਾਹਿਬ ਲਈ ਹੋਵੇ, ਚਾਹੇ ਬਾਜਵਾ ਸਾਹਿਬ ਲਈ ਹੋਵੇ, ਚਾਹੇ ਬਾਦਲ ਸਾਹਿਬ ਲਈ ਹੋਵੇ, ਚਾਹੇ ਕਿਸੇ ਲੀਡਰ ਲਈ ਹੋਵੇ, ਉਹਨਾਂ ਚੋਂ ਕੋਈ ਵੀ ਸੀਐਮ ਨਹੀਂ ਹੈ। ਤੁਸੀਂ ਅੱਜ ਸੀਐਮ ਹੋ ਤੇ ਤੁਹਾਨੂੰ ਮਾਨ ਮਰਿਆਦਾ ਉਹਦੀ ਰੱਖਣੀ ਚਾਹੀਦੀ ਹੈ ਜੋ ਤੁਸੀਂ ਨਹੀਂ ਰੱਖ ਰਹੇ ਹੋ। ਮੈਨੂੰ ਇੱਕ ਉਦਾਹਰਨ ਆਮ ਆਦਮੀ ਪਾਰਟੀ ਸਰਕਾਰ ਦੱਸ ਦੇ ਜਿੱਥੇ ਪਹਿਲਾਂ ਕਦੇ ਵੀ ਸੀਐਮ। ਖੜਿਆਲ ਸਾਹਿਬ, ਮੈਂ ਥੋੜੇ ਰੋਕ ਰਿਹਾ ਤੁਹਾਨੂੰ। ਬਤੌਰ ਸੀਐਮ ਕਿਹੜੀ ਟਿੱਪਣੀ ਤੁਹਾਨੂੰ ਮੁੱਖ ਮੰਤਰੀ ਦੀ ਗਲਤ ਲੱਗ ਰਹੀ ਹੈ ਭਗਵੰਤ ਮਾਨ ਦੀ? ਪਹਿਲਾ ਬਿਆਨ ਕਿ ਜਦੋਂ ਇਹਨਾਂ ਨੇ ਕਿਹਾ ਉਸਨੇ ਕਹਾ, ਜਦੋਂ ਗਵਰਨਰ ਸਾਹਿਬ ਦਾ ਜ਼ਿਕਰ ਕਰ ਰਹੇ ਸੀ, ਗਵਰਨਰ ਸਾਹਿਬ ਨੂੰ ਲੈ ਕੇ, ਠੀਕ ਹੈ, ਹਾਂ, ਪਹਿਲਾ ਬਿਆਨ। ਦੂਜਾ ਬਿਆਨ ਨਵਜੋਤ ਸਿੱਧੂ ਸਾਹਿਬ ਦੇ ਲੇਟ ਫਾਦਰ ਸਾਹਿਬ ਬਾਰੇ ਬਿਆਨ ਦੇਣਾ ਵੀ ਜੇ ਤੁਹਾਡੇ ਫਾਦਰ ਸਾਹਿਬ ਦਾ ਦੂਜਾ ਵਿਆਹ ਨਾ ਹੋਇਆ ਹੁੰਦਾ ਨਾ, ਤੇ ਤੁਹਾਡੇ ਘਰੇ ਬਦਲਾਵ ਨਾ ਆਉਂਦਾ ਤੇ ਤੁਸੀਂ ਇਸ ਧਰਤੀ ਤੇ ਨਹੀਂ ਆਉਣਾ ਸੀਗਾ, ਸਮਥਿੰਗ ਔਨ ਲਾਈਨਸ ਆਫ ਦਿਸ। ਇਹ ਬਿਆਨ ਦਿੱਤਾ ਗਿਆ, ਇਹ ਬੜਾ ਨਿੰਦਨਯੋਗ ਹੈ। ਜਿਹੜਾ ਬਾਦਲ ਸਾਹਿਬ ਲਈ ਦਿੱਤਾ ਗਿਆ ਉਹ ਨਿੰਦਨਯੋਗ ਹੈ, ਜਿਹੜਾ ਲੇਟੈਸਟ ਬਿਆਨ ਹੈ। ਤੇ ਮੈਂ ਤਾਂ ਗੌਰਵ ਜੀ ਇੱਕ ਸਿੰਪਲ ਜੀ ਗੱਲ ਆਮ ਆਦਮੀ ਪਾਰਟੀ ਤੋਂ ਐਕਸਪੈਕਟ ਕਰਦਾ ਹਾਂ ਕਿ ਤੁਸੀਂ ਤਾਂ ਪੋਲਿਟਿਕਸ ਨੂੰ ਬਦਲਣ ਆਏ ਸੀਗੇ, ਤੁਸੀਂ ਤਾਂ ਰਾਜਨੀਤੀ ਨੂੰ ਬਦਲਣ ਆਏ ਸੀਗੇ, ਤੁਸੀਂ ਤਾਂ ਬਦਲਾਵ ਲੈ ਕੇ। ਬਹੁਤ ਇੰਪੋਰਟੈਂਟ ਪੁਆਇੰਟ, ਠੀਕ ਹੈ, ਤੁਸੀਂ ਕਹਾਵਤ ਵਾਲਾ ਜਿਹੜਾ ਜ਼ਿਕਰ ਕਰਿਆ ਸੀ ਨਾ, ਉਹ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਵੀ ਸੁਣ ਰਹੀ ਹੋਏਗੀ ਕਿ ਜੇ ਤੁਸੀਂ ਬਦਲਾਅ ਚਾਹ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਟਿੱਪਣੀਆਂ ਇਸ ਤਰੀਕੇ ਦੀਆਂ ਨਾ ਹੋਣ, ਤਾਂ ਖੁਦ ਤੋਂ ਸ਼ੁਰੂਆਤ ਕਰ ਲਓ ਕਿ ਮੈਂ ਨਹੀਂ ਕੋਈ ਟਿੱਪਣੀ ਅਜਿਹੀ ਕਰਾਂਗਾ, ਤਾਂ ਉਮੀਦ ਹੈ ਕਿ ਸਾਹਮਣੇ ਵਾਲੇ ਵੀ ਨਹੀਂ ਕਰਨਗੇ। ਵਲਟੋਆ ਸਾਹਿਬ ਦਾ ਰੁਖ ਕਰ ਲਵਾਂ। ਵਲਟੋਆ ਸਾਹਿਬ,
ਦੋ ਚੀਜ਼ਾਂ ਨੇ। ਇੱਕ ਤਾਂ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਇਹ ਜਿਹੜੀਆਂ ਪੋਲੀਟੀਕਲ ਤੌਰ ਦੇ ਉੱਤੇ ਟਿੱਪਣੀਆਂ ਨੇ ਜੋ ਸੁਖਬੀਰ ਬਾਦਲ ਜੀ ਦੇ ਲਈ ਕੀਤੀਆਂ ਗਈਆਂ ਜਾਂ ਕੀਤੀਆਂ ਜਾ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਰਹੀਆਂ, 2013 ਤੋਂ ਪਹਿਲਾਂ ਵੀ ਹੋ ਰਹੀਆਂ ਸੀ, ਇਹ ਕੋਈ ਨਵੀਂ ਗੱਲ ਨਹੀਂ। ਤੇ ਦੂਜਾ ਪੁਆਇੰਟ ਇਹ ਹੈ ਕਿ ਟਿੱਪਣੀਆਂ ਅਲੱਗ-ਅਲੱਗ ਸਿਆਸੀ ਆਗੂਆਂ ਦੇ ਵੱਲੋਂ ਸਮੇਂ-ਸਮੇਂ ਤੇ ਹੋਈਆਂ ਨੇ, ਉਹ ਚਾਹੇ ਸੁਖਬੀਰ ਬਾਦਲ ਜੀ ਉਹਨਾਂ ਨੂੰ ਲੈ ਕੇ ਹੋਣ ਜਾਂ ਕਿਸੇ ਹੋਰ ਅਕਾਲੀ ਲੀਡਰ ਨੂੰ ਲੈ ਕੇ ਹੋਣ, ਚਾਹੇ ਕਾਂਗਰਸ ਨੂੰ ਲੈ ਕੇ ਹੋਣ, ਚਾਹੇ ਆਮ ਆਦਮੀ ਪਾਰਟੀ ਨੂੰ ਲੈ ਕੇ ਹੋਣ, ਪਰ ਨਿਸ਼ਾਨੇ ਦੇ ਉੱਤੇ ਇਸ ਸਮੇਂ ਭਗਵੰਤ ਮਾਨ ਨੇ। ਤੁਹਾਡੇ ਦੇਖੋ ਗੌਰਵ ਜੀ, ਮੈਂ ਬੇਨਤੀ ਕਰਾਂ, ਜਿੰਨਾ ਮਰਜ਼ੀ ਢੱਕਣ ਦੀ ਕੋਸ਼ਿਸ਼ ਕਰੋ, ਅੱਜ ਕੱਲ੍ਹ ਤੇ ਸਭ ਕੁਝ ਸੋਸ਼ਲ ਮੀਡੀਆ 'ਚ ਇੱਕ ਇਤਿਹਾਸ ਹੈ। ਕਿਹਨੇ ਕਦੋਂ ਕਿਹਾ, ਕਿਹਦੇ ਬਾਰੇ ਕੀ ਕਿਹਾ, ਇਹ ਸਾਰਾ ਕੁਝ ਔਨ ਰਿਕਾਰਡ ਹੈ। ਕਿਸੇ ਦਿਨ ਤੁਸੀਂ ਡਿਬੇਟ ਰੱਖ ਲਿਆ ਜੀ, ਇਹ ਵੀ ਲੈ ਆਉਣ ਕਿ 2013 ਤੋਂ ਪਹਿਲਾਂ ਆਹ ਭਾਸ਼ਾ ਜਿਹੜੀ ਹੈ ਸਭ ਪ੍ਰਕਾਸ਼ ਸਿੰਘ ਬਾਦਲ ਬਾਰੇ, ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਵਰਤੀ ਜਾਂਦੀ ਸੀ, ਤੇ ਅਸੀਂ ਮੰਨ ਲਾਂਗੇ ਜੀ ਸ਼ੁਰੂਆਤ ਕਿਸੇ ਹੋਰ ਨੇ ਕੀਤੀ ਸੀ। ਅਸੀਂ ਸਾਬਤ ਕਰਾਂਗੇ ਕਿ ਇਹ ਜਿਹੜੀ ਭਾਸ਼ਾ ਆ, ਇਹ ਜਿਹੜੀ ਸ਼ਬਦਾਵਲੀ ਆ, ਇਹ ਜਿਹੜੇ ਸ਼ਬਦ ਨੇ, ਇਹ ਭਗਵੰਤ ਮਾਨ ਹੋਰਾਂ ਨੇ ਸ਼ੁਰੂਆਤ ਕੀਤੀ। ਔਰ ਇਸ ਤੋਂ ਅੱਗੇ ਦੀ ਗੱਲ ਜਿਹੜੀ ਹੈ ਕਿ ਅੱਜ ਤੱਕ ਵਰਤ ਰਹੇ ਨੇ, ਸਟਿਲ ਹੁਣ ਤੱਕ। ਹਾਂਜੀ, ਇਹ ਕਿੰਨੀ ਸੋਭਾ ਵਾਲੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਹੋਵੇ, ਜੇ ਮੁੱਖ ਮੰਤਰੀ ਨੂੰ ਕਿਹਾ ਸ਼ਬਦ ਜਿਹਦੀ ਮੈਂ ਵੀ ਕਹਿੰਦਾ ਕਿ ਨਹੀਂ ਵਰਤੋਂ ਹੋਣੀ ਚਾਹੀਦੀ, ਤੇ ਜੇ ਮੁੱਖ ਮੰਤਰੀ ਬਾਰੇ ਆਪਾਂ ਸਾਰੇ ਹੈਗੇ, ਤੇ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ 27 ਸਾਲ ਤੋਂ ਸਿਆਸਤ ਕੀਤੀ ਹੈ, ਹਾਂਜੀ, ਹਮੇਸ਼ਾ ਹੀ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਮੈਂਬਰ ਰਹੇ ਨੇ, ਤੁਸੀਂ ਉਹਨਾਂ ਬਾਰੇ ਸ਼ਬਦ ਵਰਤੋ, ਇਹ ਕੋਈ ਚੰਗੀ ਗੱਲ ਹੈ? ਇੱਕ ਹੋਰ ਸੁਣੋ, ਕੇਜਰੀਵਾਲ ਸਾਹਿਬ ਨੂੰ ਜਾਣਦੇ ਜੇ ਗੌਰਵ ਜੀ? ਅਰਵਿੰਦ ਕੇਜਰੀਵਾਲ ਜੀ, ਮੁੱਖ ਮੰਤਰੀ ਦਿੱਲੀ, ਜਾਣਦੇ ਜੇ ਨਾ ਤੁਸੀਂ? ਆਮ ਆਦਮੀ ਪਾਰਟੀ ਦੇ ਕਨਵੀਨਰ, ਬਿਲਕੁਲ ਸਾਰੇ ਜਾਣਦੇ। ਉਹ ਚੰਨੀ ਸਾਹਿਬ ਬਾਰੇ ਟਿੱਪਣੀ ਕਰਦੇ ਆ, ਚੰਨੀ ਸਾਹਿਬ ਬਾਰੇ ਟਿੱਪਣੀ ਕਰਦੇ, ਜਿਹੜੇ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ, ਸਾਡੇ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ, ਉਹਨਾਂ ਬਾਰੇ ਟਿੱਪਣੀ ਕਰਦੇ ਆ ਕਿ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਚੰਨੀ ਸਾਹਿਬ ਮੇਰੇ ਕੱਪੜਿਆਂ ਤੇ ਕਮੈਂਟ ਕਰਦੇ ਆ। ਹਾਂਜੀ, ਕਿਉਂ ਮੇਰੇ ਕੱਪੜਿਆਂ ਤੇ ਕਮੈਂਟ ਕਿਉਂ ਕਰਦੇ ਜੀ? ਚੰਨੀ ਜੀ ਮੈਨੂੰ ਰਿਸ਼ਤਾ ਕਰਨਾ ਜੀ? ਯਾਰ ਜਿਹੜੀ ਇੱਥੋਂ ਤੱਕ ਚਲੇ ਜਾਣਗੇ, ਇੱਕ ਪਾਰਟੀ ਦਾ ਕਹਿੰਦਾ ਕਿ ਮੈਂ ਨੈਸ਼ਨਲ ਕਨਵੀਨਰ ਹਾਂ, ਹਾਂਜੀ ਮੇਰੀ ਨੈਸ਼ਨਲ ਪਾਰਟੀ ਹੈ, ਤੇ ਇੱਥੋਂ ਤੱਕ ਕਹਿਣਾ ਕਿ ਮੈਨੂੰ ਚੰਨੀ ਨੇ ਰਿਸ਼ਤਾ ਕਰਨਾ ਹੈ, ਤੇ ਤੁਸੀਂ ਦੱਸੋ ਉਹਦੇ ਚੇਲੇ ਚਾਪੜਿਆਂ ਤੋਂ ਕੀ ਆਸ ਰੱਖੋਗੇ? ਹਾਂ, ਲਈ ਫਿਰਦੇ ਆ ਨਾ, ਹੁਣ ਨਵੀਂ ਤੋਂ ਨਵੀਂ ਵੀਡੀਓ ਸਾਹਮਣੇ ਆਉਂਦੀ ਹੈ ਨਾ, ਨਵੇਂ ਤੋਂ ਨਵਾਂ ਚੰਦ ਚੜ੍ਹਦਾ ਹੀ ਹੈ ਨਾ। ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ, ਕੁਛ ਨਹੀਂ ਵਿਗੜਿਆ। ਪੰਜਾਬ ਦੀ ਲੜਾਈ ਲੜੋ, ਸਾਰੇ ਰਲ ਕੇ ਲੜੋ, ਚਾਹੇ ਵਿਰੋਧੀ ਪਾਰਟੀਆਂ ਨੇ ਤੇ ਸੱਤਾ ਦੇ ਵਿੱਚ ਬੈਠੇ ਹੋਏ ਲੋਕ ਨੇ। ਸੱਚੀ ਤੇ ਸੁੱਚੀ ਜਿਹੜੀ ਇੱਕ ਮਰਿਆਦਾ ਵਾਲੀ ਰਾਜਨੀਤੀ ਉਹ ਕਰੋ, ਕੋਈ ਫਾਇਦਾ ਨਹੀਂ ਜੇ। ਸਾਨੂੰ ਵੀ ਸੀਗਾ ਕਿ ਪਤਾ ਨਹੀਂ ਰਾਜ ਜਾਣਾ ਹੀ ਨਹੀਂ, 25 ਸਾਲ ਕਰਨਾ ਆ, ਤੇ ਤੁਸੀਂ 5 ਸਾਲਾਂ ਵਾਲਾ ਜਿਹੜਾ ਭਲੇਖਾ ਖਾ ਕੇ ਬੈਠੇ, 5 ਸਾਲ ਤੇ ਪੂਰੇ ਹੋ ਜਾਣਗੇ, ਤੇ ਗਾਂ ਕਿਸੇ ਨੇ ਨਹੀਂ ਦੇਖਿਆ। ਬਲਦੌਰ ਸਾਹਿਬ, ਤੁਸੀਂ ਵੀ ਉਹ ਗੱਲ ਕਹਿ ਰਹੇ ਹੋ, ਗਾਂ ਕਿਸੇ ਨੇ ਨਹੀਂ ਦੇਖਿਆ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਹਬਾਬ ਗਰੇਵਾਲ ਜੀ, ਉਹ ਵੀ ਉਹੀ ਪੁਆਇੰਟ ਕਹਿ ਰਹੇ ਨੇ ਕਿ ਇੱਕ ਲਾਈਨ ਤਾਂ ਡਰਾਅ ਕਰਨੀ ਹੋਏਗੀ। ਹੁਣ ਗੱਲ ਹੈ ਕਿ ਕਰੇਗਾ ਕੌਣ? ਆਪਾਂ ਆਪਣੇ ਪਾਲੇ ਦੇ ਵਿੱਚ ਕਰ ਲਈਏ, ਅਕਾਲੀ ਦਲ ਕਰ ਲਵੇ, ਕਾਂਗਰਸ ਕਰ ਲਵੇ, ਬੀਜੇਪੀ ਕਰ ਲਵੇ, ਆਮ ਆਦਮੀ ਪਾਰਟੀ ਕਰ ਲਵੇ, ਤਾਂ ਕੋਈ ਟੱਪੇ ਨਾਲ ਲਾਈਨ ਤਾਂ ਗੱਲ ਫਿਰ ਬਣ ਗਈ। ਗਰੇਵਾਲ ਸਾਹਿਬ, ਗੌਰਵ ਜੀ, ਇੱਕ ਪੋਲੀਟੀਕਲ ਪਾਰਟੀ ਤੇ ਇੱਕ ਸੀਐਮ ਦੇ ਵਿੱਚ ਬੜਾ ਫਰਕ ਹੈ। ਇੱਕ ਪੋਲੀਟੀਕਲ ਲੀਡਰ ਕੀ ਬਿਆਨ ਦੇ ਰਿਹਾ ਤੇ ਇੱਕ ਚੀਫ ਮਿਨਿਸਟਰ ਕੀ ਦੇ ਰਿਹਾ ਹੈ, ਉਹ ਚ ਕੰਪੈਰੀਜ਼ਨ ਨਹੀਂ ਹੈ। ਗਰੇਵਾਲ ਸਾਹਿਬ, ਗਰੇਵਾਲ ਜੀ, ਠੀਕ ਹੈ, ਨਹੀਂ ਇਹ ਤੁਹਾਡਾ ਪੁਆਇੰਟ ਹੈ ਕਿ ਸੀਐਮ ਜਦੋਂ ਬੋਲਦੇ ਨੇ ਇੱਕ ਅਲੱਗ ਉਹਨਾਂ ਦਾ ਰੁਤਬਾ ਹੈ ਔਰ ਉਸ ਦੀ ਅਲੱਗ ਇੰਪੋਰਟੈਂਸ ਹੈ। ਗਰੇਵਾਲ ਸਾਹਿਬ, ਮਹਿਬਾਬ ਜੀ, ਦੇਖੋ ਚੰਨੀ ਜੀ ਦੀ ਗੱਲ ਬੜੀ ਵਟਵਾਈ ਨੇ ਗੱਲ ਕਹੀ। ਚੰਨੀ ਜੀ ਨੇ ਪਹਿਲਾਂ ਕੀ ਕਿਹਾ ਸੀ, ਹੁਣੇ ਦਲਿਤ ਭਾਈਚਾਰਾ ਵੀ ਜੋੜਨਗੇ। ਸਰ, ਸਾਰੀਆਂ ਜਾਤਾਂ, ਸਾਰੇ ਧਰਮ ਦੇ ਐਲੀਟਸ ਜਿਹੜੇ ਰਾਜ ਕਰਨ ਵਾਲੇ ਸੀ, ਸਾਰੇ ਧਰਮਾਂ ਦੇ, ਸਾਰੇ ਜਾਤਾਂ ਦੇ, ਸਭ ਨੂੰ ਤਕਲੀਫ ਹੈ, ਸਭ ਨੂੰ ਤਕਲੀਫ ਹੈ ਕਿ ਰਾਜ ਚਲਾ ਗਿਆ, ਪਹਿਲੀ ਗੱਲ। ਐਂਡ ਐਲੀਟਸ ਨੂੰ ਤਕਲੀਫ ਕਿਉਂ ਨਾ ਹੋਵੇ ਜੀ, ਜਿਨ੍ਹਾਂ ਨੂੰ ਇਹ ਸੀਗਾ ਕਿ ਸਾਡਾ ਤਾਂ ਹੱਕ ਬਣਦਾ। ਐਂਡ ਵਲਟੋਆ ਜੀ ਬੜੇ ਕੌਨਫੀਡੈਂਸ ਨਾਲ ਕਹਿ ਰਹੇ 2013 ਤੋਂ ਪਹਿਲਾਂ, ਸਰ ਜੀ 99 ਚ ਸ਼ੁਰੂ ਹੋ ਗਈਆਂ ਸੀ ਇਹ ਗੱਲਾਂ। 99 ਚ ਦੱਸ ਦਿਓ ਕੋਈ ਟਿੱਪਣੀ ਯਾਦ ਹੈ ਤੁਹਾਨੂੰ, ਜੇਕਰ ਕੋਈ 99 ਵਾਲੀ ਟਿੱਪਣੀ ਯਾਦ ਹੈ? ਸਾਰੀ ਵਲਟੋਆ ਜੀ ਨੇ ਜਿਹੜੀ ਸੋਢੀ ਸਾਹਿਬ ਨੇ ਯਾਦ ਕਰਾਈਆਂ, ਉਦੋਂ ਦੀਆਂ ਸ਼ੁਰੂ ਹੋਈਆਂ ਜੀ। ਮੈਂ ਕਹਿੰਦਾ ਵੀ ਅਮਰੀਕਾ ਤੋਂ ਆ, ਮੈਂ ਵੀ ਜੀ ਸਾਰੀ ਉਮਰ ਆਪਾਂ ਤਾਂ ਸੁਣਦੇ ਹਾਂ, ਆਪਾਂ ਵੀ ਸੜਕਾਂ ਲਈ ਫਿਰਦੇ ਸੀ, ਲੋਕ ਆਹੀ ਗੱਲਾਂ ਬੋਲਦੇ ਸੀ, ਆਹੀ ਚੀਜ਼ਾਂ, ਆਹੀ ਸ਼ਬਦਾਵਲੀ ਵਰਤਦੇ ਸੀ, ਅਸੀਂ ਥੋੜੀ ਵਰਤਦੇ ਸੀ। ਪਹਿਲੀ ਗੱਲ। ਦੂਜੀ ਗੱਲ, ਅਸੀਂ ਅੱਜ ਇਹ ਆਪਾਂ ਆਰਗੂਮੈਂਟ ਕਿਉਂ ਕਰ ਰਹੇ? ਕਿਉਂਕਿ ਮਾਨ ਸਾਹਿਬ ਨੇ ਇੱਕ ਵਾਰੀ ਇੱਕ ਬਿਆਨ ਦਿੱਤਾ, ਅੱਜ ਉਹਨਾਂ ਨੇ ਅਗੇਨ ਲਾਈਨ ਡਰਾ ਕੀਤੀ। ਇਹ ਨਹੀਂ ਸੁਧਰ ਸਕਦੇ, ਬਸ ਕਰੋ, ਬਸ ਕਰੋ। ਗੌਰਵ ਜੀ, ਇਹ ਨਹੀਂ ਸੁਧਰ ਸਕਦੇ। ਵਲਟੋਆ ਜੀ ਇੱਕ ਮਿੰਟ ਰੁਕੋ ਪਲੀਜ਼। ਇਹ ਨਹੀਂ ਸੁਧਰ ਸਕਦੇ, ਮੈਂ ਠੀਕ ਹੈ, ਨਹੀਂ ਸੁਧਰ ਸਕਦੇ ਜੀ। ਇਹ ਸੱਚ ਤੇ ਨਹੀਂ ਆ ਸਕਦੇ। ਬੋਲ ਲਾ, ਠੀਕ ਹੈ, ਮੈਂ ਝੂਠਾ ਹੀ ਸਹੀ, ਮੈਨੂੰ ਬਾਅਦ ਚ ਸਿੱਧ ਕਰ ਲਿਓ, ਮੈਂ ਬੋਲ ਲਾ। ਵਲਟੋਆ ਜੀ ਸ਼ੁਕਰ ਹੈ, ਇਹ ਤਾਂ ਮੰਨ ਗਏ ਕਿ ਅਸੀਂ 5 ਸਾਲ ਪੂਰੇ ਕਰ ਜਾਾਂਗੇ। ਇਹ ਤਾਂ ਪਹਿਲੇ ਦਿਨ ਸ਼ੁਰੂ ਹੋਏ ਸੀ, 2 ਮਹੀਨੇ ਸਰਕਾਰ,
3 ਮਹੀਨਿਆਂ 'ਚ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਲਾ ਦੇਣਾ, ਸਾਲ ਨਹੀਂ ਟੱਪਦੇ ਤੁਹਾਡੇ 60 MLA ਬੀਜੇਪੀ ਚੱਲ ਜਾਣਗੇ। ਇਹ ਤਾਂ ਸ਼ੁਰੂ ਦੇ ਸ਼ੁਰੂ ਹੋਏ ਸੀ। ਸੋ ਬੇਸਿਕਲੀ ਇਹ ਪਹਿਲਾਂ ਤੋਂ ਇਹ ਕੋਸ਼ਿਸ਼ ਜਾਂ ਇਹ ਸੁਪਨੇ ਦੇਖ ਰਹੇ ਸੀ ਕਿ ਇਹ ਸਰਕਾਰ ਨਹੀਂ ਚੱਲੂ। ਜਦ ਇਹਨਾਂ ਨੂੰ ਇਹ ਸਮਝ ਆ ਗਿਆ ਕਿ ਸਰਕਾਰ ਚੱਲ ਵੀ ਪਈ, ਕੰਮ ਵੀ ਕਰਨ ਲੱਗ ਪਈ, ਇਹ ਪਰਸਨਲ ਅਟੈਕ ਕਰਨ ਲੱਗ ਗਏ। ਐਂਡ ਮੈਂ ਇੱਕ ਇੱਥੇ ਬੜੀ ਕਲੀਅਰ ਗੱਲ ਕਲੈਰੀਫਾਈ ਕਰਦਾ, ਇੱਥੇ ਸਾਰੀਆਂ ਪਾਰਟੀਆਂ, ਸਾਰੀਆਂ ਧਰਮਾਂ, ਸਾਰੀਆਂ ਜਾਤਾਂ ਦੇ ਜਿਹੜੇ ਰਾਜ ਕਰਨ ਵਾਲੇ ਐਲੀਟ ਸੀ, ਜਿਨ੍ਹਾਂ ਦਾ ਰਾਜ ਖੁੰਝਿਆ, ਜਿਨ੍ਹਾਂ ਨੂੰ ਇਹ ਸੀਗਾ ਕਿ ਹੁਣ ਸਾਡੇ ਪੁੱਤਾਂ ਦੀ, ਸਾਡੇ ਕਾਕਿਆਂ ਦੀ ਵਾਰੀ, ਕਿਉਂਕਿ ਕਾਕੇ ਹਿੰਦੂ, ਸਿੱਖ, ਮੁਸਲਮ, ਈਸਾਈ, ਦਲਿਤ ਸਾਰੇ ਹੀ ਹੁੰਦੇ ਆ ਜੀ, ਕਾਕੇ ਕਾਕੇ ਹੀ ਹੁੰਦੇ ਆ। ਜਿਨ੍ਹਾਂ ਨੂੰ ਇਹ ਸੀ ਨਾ ਕਿ ਸਾਡੇ ਕਾਕਿਆਂ ਦੀ ਵਾਰੀ, ਵੱਡੇ ਕਾਕਾ ਇਨ ਚੀਫ ਦੀ ਵਾਰੀ ਨਹੀਂ ਆਈ, ਕਾਕਾ ਇਨ ਚੀਫ ਰੌਲਾ ਪਈ ਜਾਂਦਾ। ਤੁਸੀਂ ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ, ਥੋੜੀ ਆਹੋ ਥੋੜੀ ਕੀ ਤੁਹਾਨੂੰ ਅੱਜ ਤੁਸੀਂ ਉਹਨਾਂ ਦੀ ਸਪੀਚ ਸੁਣੀ, ਇਹੋ ਜਿਹੇ ਬੰਦੇ ਐਮਐਲਏ ਬਣ ਗਏ। ਉਹ ਭਾਈ ਆਮ ਬੰਦੇ ਬਣ ਗਏ ਐਮਐਲਏ, ਬਾਲ ਸਾਹਿਬ ਆਮ ਬੰਦੇ ਬਣ ਗਏ ਐਮਐਲਏ। ਨਾਮ ਵੀ ਕਾਕਾ ਹੁੰਦਾ, ਉਹ ਵੀ ਦੇਖ ਰਹੇ ਹੋਣੇ, ਤੁਹਾਨੂੰ ਸੁਣ ਰਹੇ ਹੋਣੇ ਆ। ਚਲੋ ਥੋੜਾ ਜਿਹਾ ਮੈਂ ਕਹਿਣਾ ਜੀ, ਮੈਂ ਐਕਸੈਪਟ ਕਰੋ ਸੱਚਾਈ, ਐਕਸੈਪਟ ਕਰੋ ਪਲੀਜ਼। ਮੈਂ ਇੱਕ ਵਾਰ ਸੋਢੀ ਸਾਹਿਬ ਦਾ ਰੁਖ ਕਰਦਾ। ਸੋਢੀ ਸਾਹਿਬ, ਇਹ ਟਿੱਪਣੀਆਂ ਦਾ ਜ਼ਿਕਰ ਹੋ ਰਿਹਾ ਹੈ, ਤੁਹਾਡਾ ਜ਼ਿਕਰ ਹੋਇਆ ਕਿ ਦੇਖੋ ਤੁਸੀਂ ਵੀ ਗੱਲ ਕੀਤੀ ਹੈ ਕਿ ਵਾਕਈ ਇਹ 2000 ਦੇ ਆਸੇ-ਪਾਸੇ ਤੋਂ ਟਿੱਪਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਸਿਆਸਤ ਨੂੰ ਲੈ ਕੇ ਤਾਂ ਇਹ ਹਮੇਸ਼ਾ ਕਿਹਾ ਜਾਂਦਾ ਕਿ ਇਹ ਮੁੜ ਤੋਂ ਹੀ ਇਸ ਤਰੀਕੇ ਨਾਲ ਹੀ ਚੱਲਦੀ ਆ ਰਹੀ ਹੈ, ਪਰ ਜੋ ਟਿੱਪਣੀਆਂ ਜਿਸ ਤਰੀਕੇ ਦੀਆਂ ਹੈ ਕਿ ਵਾਕਈ ਇਹ 2013 ਤੋਂ ਪਹਿਲਾਂ ਜਾਂ 1999 ਦੇ ਆਸ-ਪਾਸ ਵੀ ਸੀ, ਕਿ ਵਾਕਈ ਤੁਹਾਨੂੰ ਵੀ ਲੱਗਦਾ ਤੁਹਾਡਾ ਨਾਮ ਲਿਆ ਅਹਿਬਾਬ ਗਰੇਵਾਲ ਜੀ ਨੇ? ਦੇਖੋ ਗੌਰਵ ਜੀ, ਮੈਨੂੰ ਲੱਗਦਾ ਹੈ ਕਿ ਜੇ ਸਭ ਤੋਂ ਝੂਠਾਂ ਦੀ ਪਾਰਟੀ ਕਹਿਣੀ ਹੋਵੇ ਤੇ ਆਮ ਆਦਮੀ ਪਾਰਟੀ ਹੈ। ਜਿਹੜਾ ਗਿਰਾਵਟ ਰਾਜਨੀਤੀ ਦੇ ਵਿੱਚ ਭਾਸ਼ਾ ਤੇ ਮਰਿਆਦਾ ਦੇ ਉਲੰਘਣਾ ਦੀ ਹੁਣ ਹੋਈ ਹੈ, ਉਹ ਇੰਨੀ ਪਹਿਲਾਂ ਨਹੀਂ। ਇਹ ਬਿਲਕੁਲ ਝੂਠ ਬੋਲ ਰਹੇ ਨੇ। ਮੈਨੂੰ ਇਉਂ ਲੱਗਦਾ ਹੈ ਜਿਵੇਂ ਗਰੇਵਾਲ ਸਾਹਿਬ ਨੂੰ ਐਂ ਲੱਗਦਾ ਵੀ ਸਾਡੀ ਸਰਕਾਰ ਪੱਕੀ ਬਣ ਗਈ, ਹੁਣ ਇਸ ਤੋਂ ਬਾਅਦ ਤਾਂ ਪੰਜਾਬ 'ਚ ਕਿਸੇ ਦਾ ਹੋਰ ਰਾਜ ਹੀ ਨਹੀਂ ਆਉਣਾ। ਮਤਲਬ ਇਸ ਤਰ੍ਹਾਂ ਗੱਲ ਕਰਦੇ ਆ ਇਹ ਗਰੇਵਾਲ ਸਾਹਿਬ ਜਨਤਾ ਹੈ, ਜਨਤਾ ਦਾ ਜਿਹੜਾ ਫੈਸਲਾ ਹੁੰਦਾ ਨਾ, ਉਹ ਅੱਜ ਜਿਹੜਾ ਤੁਹਾਡਾ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦਾ ਹਾਲ ਕੀਤਾ, ਮੈਂ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ। ਸੋਢੀ ਸਾਹਿਬ, ਕਿਹੜੀ ਗੱਲ ਤੋਂ ਲੱਗ ਰਿਹਾ ਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਉਹ ਸਰਕਾਰ ਰਹੇਗੀ? ਕਿਹੜਾ ਪੁਆਇੰਟ ਤੁਹਾਨੂੰ ਲੱਗਿਆ? ਜਿਵੇਂ ਦੂਜੇ ਤੇ ਤੰਜ ਕੱਸਦੇ ਆ ਜੀ, ਇਹ ਸਾਡੀ ਸਰਕਾਰ ਆਉਣ ਤੇ ਐਂ ਕਰਦੇ ਆ, ਸਾਡੀ ਸਰਕਾਰ ਆ ਗਈ, ਇਹਨਾਂ ਨੂੰ ਲੋਕਾਂ ਨੇ ਐਂ ਕਰਤਾ। ਇਹ ਜਨਤਾ ਦਾ ਫਤਵਾ ਹੈ, ਸਿਰ ਮੱਥੇ ਹੁੰਦਾ ਹੈ। ਲੇਕਿਨ ਤੁਸੀਂ ਇੰਨਾ ਗਮਾਨ ਨਾ ਕਰੋ ਕਿ ਤੁਹਾਡਾ ਰਾਜ ਪੱਕਾ ਹੋ ਗਿਆ। ਲੇਕਿਨ ਮੈਂ ਜਿਹੜਾ ਗਰੇਵਾਲ ਸਾਹਿਬ ਨੇ ਕਿਹਾ, ਮੈਂ ਜੇ ਉਹਨਾਂ ਨੇ, ਸੁਖਵੀਰ ਜੀ ਨੇ ਉਹਨਾਂ ਬਾਰੇ ਗੱਲ ਕੀਤੀ, ਮੈਂ ਉਹਦੀ ਨਿੰਦਿਆ ਕੀਤੀ। ਲੇਕਿਨ ਤੁਸੀਂ ਭਗਵੰਤ ਮਾਨ ਜੀ ਜਿਹੜੇ ਪਹਿਲਾਂ ਬੋਲਦੇ ਸੀ ਕਿ ਜੀ ਜਿਹੜੇ ਲੋਕ ਸਿਕਿਉਰਟੀਆਂ ਲਈ ਫਿਰਦੇ ਆ, ਮੁਰਗੀਖਾਨੇ ਖੋਲ ਲੈਣ, ਉਹ ਮੈਂ ਪੁੱਛਣਾ ਚਾਹੁੰਦਾ, ਜਿਹੜਾ ਆਪ ਹੁਣ 3 ਲੇਨ ਦੀ ਸਿਕਿਉਰਟੀ ਫਿਰਦਾ, ਪਰ ਹੁਣ ਮੁਰਗੀਖਾਨਾ ਖੋਲ ਲੇ। ਪੰਜਾਬ ਦਾ ਬੁਰਾ ਹਾਲ ਹੋਇਆ ਪਿਆ, ਹੁਣ ਮੁਰਗੀਖਾਨਾ ਖੋਲ ਲੇ, ਹੁਣ ਕੋਈ 3 ਲੇਨ ਸਿਕਿਉਰਟੀ ਲਈ ਹੈ। ਸੋ ਮੇਰਾ ਕਹਿਣਾ ਇਹ ਹੈ ਕਿ ਗਰੇਵਾਲ ਸਾਹਿਬ ਨੂੰ ਐਂ ਲੱਗਦਾ ਬਸ ਹੁਣ ਸਾਡਾ ਹੀ ਰਾਜ ਆ ਗਿਆ। ਸੋ ਗਰੇਵਾਲ ਸਾਹਿਬ, ਮੈਂ ਅੱਜ ਵੀ ਕਹਿਣਾ, ਆਪਾਂ ਗਰੇਵਾਲ ਸਾਹਿਬ ਅੱਜ ਵੀ ਕਹਿਣਾ, ਸਪੋਕਸਮੈਨ ਆਪਾਂ ਨੂੰ ਭਾਸ਼ਾ ਦੇ ਮਰਿਆਦਾ ਦੀ ਲੰਘਣਾ ਨਹੀਂ ਕਰਨੀ ਚਾਹੀਦੀ। ਆਪਣੇ ਵੱਖ ਵਖਰੇਵੇਂ ਹੋ ਸਕਦੇ ਆ, ਰਾਜਨੀਤਿਕ ਵਖਰੇਵੇਂ ਹੋ ਸਕਦੇ ਆ। ਮੈਂ ਕਿਸੇ ਨੇ ਵੀ ਕਿਸੇ ਬਾਰੇ ਸ਼ਬਦ ਕਿਹਾ, ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨਿੰਦਿਆ ਕਰਦੀ ਹੈ, ਨਹੀਂ ਬੋਲਣਾ ਚਾਹੀਦਾ। ਜੇ ਅਸੀਂ ਵੀ ਅੱਜ ਇੱਕ ਟੀਮ ਤੇ ਬੈਠ ਕੇ ਮਾਰਗਦਰਸ਼ਨ ਬਣੇ ਆ ਲੋਕਾਂ ਲਈ, ਅਸੀਂ ਵੀ ਬੋਲਾਂਗੇ ਤੇ ਸਾਨੂੰ ਵੀ ਲੋਕ ਲਾਹਨਤ ਪਾਉਣਗੇ। तो इस कर बिल्कुल लाजमी तौर पे मैं छोटा छोटा रिएक्शन लवा, आप वाइंड अप करना है। मैं अहबाब गरवाल जी छोटा जिहा रिएक्शन ਤੁਹਾਡਾ। ਤੁਹਾਡੀ ਸਾਹਿਬ ਰਾਮਜ਼ਾਦੇ ਡੈਸ਼ ਕਿਹਨੇ ਬਿਆਨ ਦਿੱਤਾ ਸੀਗਾ ਦਿੱਲੀ 2014 ਲੋਕ ਸਭਾ ਇਲੈਕਸ਼ਨ ਮੂਰੇ? ਚਲੋ ਕਿਸੇ ਨੇ ਨਹੀਂ, ਉਹ ਕਿਤੋਂ ਹੋਰ ਪਾਰਟੀ ਤੋਂ ਆਏ ਸੀ, ਪਹਿਲੀ ਗੱਲ। ਦੂਜੀ ਗੱਲ, ਤੁਸੀਂ ਵੀ ਤਾਂ ਸੀਐਮ ਨੂੰ ਤੂੰ ਕਰਕੇ ਬੋਲ ਰਹੇ ਹੋ ਹੁਣੇ, ਤੁਸੀਂ ਹੁਣ ਤੂੰ ਕਰਕੇ ਬੋਲ ਰਹੇ ਹੋ ਸਰ। ਐਂਡ ਅਸੀਂ ਬਿਲਕੁਲ ਨਹੀਂ ਕਹਿ ਰਹੇ ਕਿ ਸਾਡੀ ਸਾਰੀ ਉਮਰ ਦੀ, ਅਸੀਂ ਤਾਂ ਕਹਿ ਰਹੇ ਹਾਂ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਹੈ, ਜਦ ਹੀ ਰੱਬ ਤੋਂ ਡਰ ਕੇ ਹਲੀਮੀ ਚ ਰਹਿ ਕੇ ਇਮਾਨਦਾਰੀ ਨਾਲ ਸੇਵਾ ਕਰਾਂਗੇ, ਲੋਕ ਸਾਥ ਦੇਣ, ਨਹੀਂ ਤਾਂ ਸਾਨੂੰ ਕੱਢ ਕੇ ਬਾਹਰ ਮਾਰਨ। ਅਸੀਂ ਇਹ ਕਹਿ ਰਹੇ ਹਾਂ ਟਿੱਪਣੀਆਂ ਵਾਲਾ ਕੰਮ ਮੁੱਕੇ ਨਾ, ਇਹ ਟਿੱਪਣੀਆਂ ਵਾਲਾ ਕੰਮ ਮੁੱਕੇ ਕਿ ਇਸ ਤਰੀਕੇ ਦੇ ਟਿੱਪਣੀਆਂ ਨਾ ਹੋਣ, ਡਿਬੇਟਾਂ ਨਾ ਕਰਨੀਆਂ ਪੈਣ ਇਸ ਦੇ ਉੱਪਰ। ਇਹ ਜ਼ਰੂਰੀ ਵੀ ਹੋ ਜਾਂਦਾ ਹੈ। ਹੁਣ ਸ਼ੁਰੂਆਤ ਦੇ ਵਿੱਚ ਖੜਿਆਲ ਸਾਹਿਬ ਨੇ ਵੀ ਕਹਿ ਦਿੱਤਾ ਕਿ 8 ਤੋਂ 9 ਪ੍ਰਾਈਮ ਟਾਈਮ ਇਹ ਬਹੁਤ ਪਿਓਰ ਟਾਈਮ ਹੈ ਪੰਜਾਬ ਦੇ ਲੋਕਾਂ ਦੇ ਲਈ, ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ। ਪਰ ਦੂਜਾ ਪੁਆਇੰਟ ਖੜਿਆਲ ਸਾਹਿਬ ਇਹ ਵੀ ਹੈ ਕਿ ਪੰਜਾਬ ਦੇ ਲੋਕ ਹੀ ਇਹ ਗੱਲਾਂ ਕਰ ਰਹੇ ਨੇ, ਇਸ ਕਰਕੇ ਸਾਨੂੰ ਫਿਰ ਡਿਬੇਟ ਕਰਨੀ ਪੈਂਦੀ ਹੈ। ਬਹੁਤ ਸਾਰੇ ਲੋਕਾਂ ਦੇ ਮੈਸੇਜ ਵੀ ਪਹੁੰਚ ਜਾਂਦੇ ਨੇ, ਉਹ ਵੀ ਇਹ ਗੱਲ ਕਰਦੇ ਨੇ ਕਿ ਟਿੱਪਣੀਆਂ ਕਿਹੋ ਜਿਹੀਆਂ ਹੋ ਰਹੀਆਂ ਨੇ, ਇਹਨਾਂ ਨੂੰ ਸਵਾਲ ਪੁੱਛੋ ਆਖਿਰ ਕਿਉਂ ਬੋਲਿਆ ਜਾ ਰਿਹਾ ਹੈ। ਗਰੇਵਾਲ ਸਾਹਿਬ ਛੋਟਾ ਜਿਹਾ ਕਮੈਂਟ ਆਪਾਂ ਵਾਈਂਡ ਅਪ ਕਰਨਾ, ਮੈਂ ਇੱਕ ਰਿਐਕਸ਼ਨ ਲਵਾਂਗਾ ਖੜਿਆਲ ਸਾਹਿਬ ਤੁਹਾਡੇ ਤੋਂ ਵੀ, ਬਲਟੋਹਾ ਜੀ ਤੋਂ ਵੀ। ਗਰੇਵਾਲ ਸਾਹਿਬ, ਮੇਰੀ ਛੋਟੀ ਜੀ ਗੱਲ ਇਹ ਹੈ, ਦੇਖੋ ਜਿਹੜਾ ਵੀ ਬੰਦਾ ਪੋਲਿਟਿਕਸ ਬੰਦਾ ਹੈ, ਠੀਕ ਹੈ, ਉਹਨਾਂ ਦੇ ਪੋਲੀਟੀਕਲ ਵਿਰੋਧੀ ਬਿਆਨ ਕਰਨਗੇ, ਪਰ ਉਹਨਾਂ ਦੀ ਵਾਈਫ ਬਾਰੇ, ਉਹਨਾਂ ਦੇ ਹਸਬੈਂਡ ਬਾਰੇ, ਉਹਨਾਂ ਕਿਸੇ ਹੋਰ ਬਾਰੇ ਗੱਲ ਕਰਨ ਦਾ ਹੱਕ ਨਹੀਂ ਬਣਦਾ, ਉਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਬਣਦਾ। ਐਂਡ ਜਦੋਂ ਹਟ ਹੀ ਨਹੀਂ ਰਹੇ, ਅਸੀਂ ਵੀ ਆਰ ਫਾਈਨਲੀ ਡਰਾਇੰਗ ਦ ਲਾਈਨ ਕਿ ਬਸ ਜੀ
ਸਮਝੋ ਤੁਸੀਂ ਹਟ ਹੀ ਨਹੀਂ ਰਹੇ। 1.5 ਸਾਲ ਹੋ ਗਿਆ ਤੁਹਾਡੇ ਚੈਨਲ ਤੇ ਕਿਹਨੇ ਕਿਹੜੇ ਫੁੱਲ ਨਹੀਂ ਬਰਸਾਏ ਗੌਰਵ ਜੀ, ਕਿਹੜੇ ਫੁੱਲ ਨਹੀਂ ਬਰਸਾਏ ਇਹਨਾਂ ਨੇ। ਚਲੋ ਠੀਕ ਹੈ, ਮੈਂ ਇੱਕ ਜਵਾਬ ਲੈ ਲਵਾਂ। ਦੇਖੋ ਗੱਲ ਇਹ ਹੈ ਕਿ ਜਦੋਂ ਸੱਤਾ ਦੀ ਕੁਰਸੀ ਦੇ ਉੱਪਰ ਗਰੇਵਾਲ ਸਾਹਿਬ ਹੁੰਦੇ ਆ ਤਾਂ ਸਵਾਲ ਵੀ ਤੇ ਫੁੱਲਾਂ ਦੀ ਵਰਖਾ ਘੱਟ ਹੀ ਹੁੰਦੀ ਹੈ। ਵਿਰੋਧੀ ਨਹੀਂ ਕਰਦੇ ਨਾ, ਪੱਤਰਕਾਰ ਕਰਦੇ ਆ। ਹੈ ਜੀ ਨਾ ਵਲਟੋਹਾ ਸਾਹਿਬ ਇੱਕ ਲਾਸਟ ਰਿਐਕਸ਼ਨ, ਮੈਂ ਉਸ ਤੋਂ ਬਾਅਦ ਖੜਿਆਲ ਸਾਹਿਬ ਤੁਹਾਡੇ ਕੋਲ ਆ ਰਿਹਾ। ਵਲਟੋਹਾ ਜੀ, ਇੱਕ ਲਾਈਨ ਡਰਾ ਤਾਂ ਕਰਨੀ ਹੋਏਗੀ, ਉਹ ਚਾਹੇ ਬਹੁਤ ਵੱਡੇ ਲੈਵਲ ਤੇ ਜਿਵੇਂ ਤੁਸੀਂ ਵੱਡੇ ਲੀਡਰ ਹੋ ਪਾਰਟੀ ਦੇ ਉਹ ਹੋਣ, ਚਾਹੇ ਕੋਈ ਵਰਕਰ ਹੋਵੇ, ਇੱਕ ਲਾਈਨ ਤਾਂ ਡਰਾ ਕਰਨੀ ਹੋਏਗੀ। ਜਦੋਂ ਲਾਈਨ ਟੱਪਦੇ ਆ ਤਾਂ ਦਿੱਕਤ ਹੁੰਦੀ ਹੈ। ਇਹ ਆਪੋ ਆਪਣੇ ਪਾਲੇ 'ਚ ਹੀ ਲਾਈਨ ਡਰਾ ਕੀਤੀ ਜਾ ਸਕਦੀ ਹੈ ਕਿ ਪੋਸੀਬਿਲਿਟੀ ਹੈ? ਗੌਰਵ, ਜਦੋਂ ਰਾਜਨੀਤੀ ਦੇ ਵਿੱਚ ਅਜਿਹੇ ਸ਼ਬਦ ਸੁਣਦੇ ਹਾਂ ਤੇ ਬੜੀ ਸ਼ਰਮ ਆਉਂਦੀ ਹੈ। ਇਸ ਗੱਲ ਦੀ ਵੀ ਸ਼ਰਮ ਆਉਂਦੀ ਹੈ ਕਿ ਉਸ ਰਾਜਨੀਤੀ ਦਾ ਅਸੀਂ ਵੀ ਹਿੱਸਾ ਹਾਂ, ਇਸ ਕਰਕੇ ਜ਼ਿਆਦਾ ਹੀ ਆਉਂਦੀ ਹੈ। ਵਿਰਸਾ ਸਿੰਘ ਵਲਟੋਹਾ ਉਹਨਾਂ 'ਚੋਂ ਸਭ ਤੋਂ ਪਹਿਲੋਂ ਹੈ ਕਿ ਮਰਿਆਦਾ ਵਾਲੀ ਰਾਜਨੀਤੀ ਕਰੋ, ਇੱਕ ਦੂਜੇ ਦਾ ਸਤਿਕਾਰ ਰੱਖ ਕੇ ਕਰੋ, ਮੁੱਦਿਆਂ ਦੀ ਕਰੋ ਜੀ। ਹਾਂਜੀ, ਲੋਕਾਂ ਦੇ ਕੰਮ ਕਰੋ। ਲੋਕਾਂ ਨੂੰ ਕਿਹਨੂੰ ਚੁਣਦੇ ਆ, ਕਿਹਨੂੰ ਨਹੀਂ ਚੁਣਦੇ। ਹੁਣ ਜਿਹੜੀ ਦੂਸਰੀ ਗੱਲ ਜਿਹੜੀ ਹੈ ਕਿ ਸਾਡੇ ਮੰਤਰੀ ਨੇ ਹਰਜੋਤ ਬੈਂਸ ਯੰਗ ਨੇ, ਨੌਜਵਾਨ ਨੇ, ਪੜ੍ਹੇ ਲਿਖੇ ਨੇ। ਹੁਣ ਉਹਨਾਂ ਨੇ ਜੋ ਟਿੱਪਣੀ ਕੀਤੀ ਹੈ, ਦੱਸੋ ਜੇ ਮੇਰੇ ਵਰਗਾ ਉਹਦੇ ਤੇ ਵੀ ਦਰਦ ਨਹੀਂ ਪ੍ਰਗਟਾਊਗਾ ਤੇ ਫਿਰ ਮੇਰੇ ਤੇ ਦੁਰ ਫਿੱਟੇ ਮੂੰਹ ਆ। ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਉਹਨਾਂ ਨੇ ਤੁਲਨਾ ਕਿਹਦੇ ਨਾਲ ਕੀਤੀ? ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਥਾਲੀ 'ਚ ਪਾ ਕੇ ਨਹੀਂ ਮਿਲਿਆ ਜਾਂ ਝੂਠ ਬੋਲ ਕੇ ਨਹੀਂ ਸੀ ਲਿਆ, ਠੱਗੀਆਂ ਮਾਰ ਕੇ, ਧੋਖਾ ਦੇ ਕੇ, ਸਬਜ਼ ਬਾਗ ਵਿਖਾ ਕੇ ਤੇ ਇਨਕਲਾਬ ਦਾ ਨਾਰਾ ਦੇ ਕੇ ਨਹੀਂ ਸੀ ਮਿਲਿਆ। ਤੇਗ ਵਾਹ ਕੇ ਤੇ ਸ਼ਕਤੀ ਦੇ ਜ਼ੋਰ ਤੇ ਉਹਨਾਂ ਲੋਕਾਂ ਦੇ ਮੂੰਹ ਭੰਨ ਕੇ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ, ਤਦ ਰਾਜ ਸਥਾਪਿਤ ਕੀਤਾ ਸੀਗਾ। ਤੇ ਜਿਹਦੇ ਰਾਜ ਦੇ ਵਿੱਚ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ ਸਾਰੇ ਬਾਜ਼ਾਰ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਮ ਕੇ ਕੁੱਤਾ ਘਰੇ ਆ ਜਾਂਦਾ ਸੀ, ਅੱਜ ਉਹਦੇ ਰਾਜ 'ਚ ਹਾਂਜੀ ਮੈਂ ਇੱਕੋ ਸੈਕਿੰਡ ਉਹਦੇ ਰਾਜ ਦੇ ਵਿੱਚ ਅੱਜ ਸਾਡੇ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਨਾ ਕੋਈ ਬੀਬੀ ਬਚੀ ਹੈ, ਨਾ ਕੋਈ ਮਾਈ ਬਚੀ ਹੈ। ਵਾਲੀਆਂ ਤੇ ਕਿੰਨੇ ਰਹਿ ਗਈਆਂ, ਹੁਣ ਕੰਨਾਂ ਦੇ ਨੱਕਾਂ ਦੇ ਜਿਹੜੇ ਕੋਕੇ ਉਹ ਲਾਉਣ ਲੱਗ ਪਏ ਆ। ਇਹ ਮਹਾਰਾਜਾ ਰਣਜੀਤ ਸਿੰਘ ਨਾਲ ਤੁਲਨਾ ਕਰਦੇ ਆ, ਸ਼ਰਮ ਨਹੀਂ ਆਉਂਦੀ? ਮਾਫੀ ਨਹੀਂ ਮੰਗਣੀ ਚਾਹੀਦੀ ਇਹਦੇ ਉੱਤੇ? ਚਲੋ ਤੇ ਫਿਰ ਕਹਿੰਦੇ ਸਾਨੂੰ ਕਹਿੰਦੇ ਆ ਜੀ, ਫਿਰ ਚਲੋ ਮੈਂ ਸਮਾਂ ਬਹੁਤ ਘੱਟ ਹੈ। ਹੋਪਫੁਲੀ ਹਰਜੋਤ ਬੈਂਸ ਸੁਣ ਰਹੇ ਹੋਣਗੇ। ਇਨਫੈਕਟ ਤੁਹਾਡਾ ਜਿਹੜਾ ਫੇਸਬੁੱਕ ਪੋਸਟ ਹੈ ਉਹ ਵੀ ਉਹਨਾਂ ਤੱਕ ਪਹੁੰਚ ਗਿਆ ਹੋਏਗਾ, ਰਿਐਕਟ ਕਰਨਗੇ ਉਹ ਵੀ ਇਸ ਦੇ ਉੱਪਰ। ਖੜਿਆਲ ਸਾਹਿਬ, ਬਹੁਤ ਘੱਟ ਸਮਾਂ ਦੇ ਪਾਉਂਗਾ ਸਰ, ਕੰਕਲੂਡ ਕਰਨਾ। ਗੌਰਵ ਜੀ, ਬੜੇ ਜ਼ਰੂਰੀ ਪੁਆਇੰਟਸ ਹੈ, ਕਾਈਂਡਲੀ ਕੰਪਲੀਟ ਕਰ ਲੈਂਦੇ ਹੋ 1 ਮਿੰਟ ਦੇ ਵਿੱਚ। ਪਹਿਲਾ, ਗਰੇਵਾਲ ਸਾਹਿਬ ਨੇ ਇੱਥੇ ਨੈਤਿਕਤਾ ਤੇ ਮੋਰਾਲਿਟੀ ਦੀ ਗੱਲ ਕੀਤੀ। ਇਹੀ ਗੱਲ ਹੈ, ਜੇ ਯੂ ਪ੍ਰੈਕਟਿਸ ਵਾਟ ਯੂ ਪ੍ਰੀਚ, ਤਾਂ ਇੱਥੇ ਕੰਡੈਮ ਕਰੋ ਆਪਦੀ ਸਰਕਾਰ ਨੂੰ, ਕਿਸੇ ਦੀ ਧਰਮ ਪਤਨੀ ਬਾਰੇ ਬੋਲਣ ਲਈ, ਪਰਸਨਲ ਕਮੈਂਟ ਕਰਨ ਲਈ, ਵੀ ਗਹਿਣੇ ਕਿੰਨੇ ਪਾਉਂਦੇ ਐ, ਕਿਹੜੀ ਗੱਡੀ 'ਚ ਬਹਿੰਦੇ ਐ, ਬੇਟਾ ਕਿਹੜੀ ਗੱਡੀ 'ਚ ਬਹਿੰਦਾ। ਦੂਜਾ, ਕੰਡੈਮ ਕਰੋ ਕਿਸੇ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਚੰਨੀ ਸਾਹਿਬ ਨੂੰ ਵੀ ਰਿਸ਼ਤਾ ਕਰਨ ਦੀ ਗੱਲ ਜਿਹੜੀ ਕਹੀ ਗਈ ਵੀ ਤੁਸੀਂ ਰਿਸ਼ਤਾ ਕਰਨਾ ਹੈ, ਆਪਦੇ ਲੀਡਰ ਨੂੰ ਕੰਡੈਮ ਕਰੋ। ਤੀਜੀ ਗੱਲ ਤੇ ਕੰਡੈਮ ਕਰੋ ਵੀ ਤੁਸੀਂ ਸਵਰਗੀ ਪਿਤਾ ਦੇ ਕਿਸੇ ਤੇ ਕਮੈਂਟ ਕਰ ਰਹੇ ਹੋ। ਅੱਛਾ, ਦੂਜੀ ਗੱਲ ਬਾਰੇ ਜੀ ਤੁਸੀਂ ਇਹ ਦੇਖੋ ਕਿ ਟਿਟ ਫॉर ਟੈਟ ਜਿਹੜਾ ਹੈ ਨਾ, ਟਿਟ ਫॉर ਟੈਟ, ਇਹ ਚੀਜ਼ ਨਹੀਂ ਮਨਜ਼ੂਰ ਹੈ। ਜੇ ਕਿਤੇ ਮਰਡਰ ਹੋ ਜੇ ਨਾ, ਇਹ ਸਰਕਾਰ ਹੈ, ਦੂਜੇ ਪਾਸੇ ਇੱਕ ਪਾਰਟੀ ਹੈ। ਇਹ ਲਾਸਟ ਪੁਆਇੰਟ, ਇੱਕ ਪਾਸੇ ਸਰਕਾਰ ਹੈ, ਦੂਜੇ ਪਾਸੇ ਪਾਰਟੀ ਹੈ। ਇੱਕ ਪਾਸੇ ਪੋਲੀਟੀਸ਼ੀਅਨ ਹੈ, ਦੂਜੇ ਪਾਸੇ ਸੀਐਮ ਹੈ। ਇੱਕ ਕਾਨੂੰਨ ਕੀ ਕਹਿੰਦਾ, ਜੇ ਮਰਡਰ ਹੋ ਜੇ ਤੁਸੀਂ ਦੂਜੇ ਬੰਦੇ ਦਾ ਮਰਡਰ ਥੋੜੀ ਕਰੋਗੇ, ਤੁਸੀਂ ਕੋਰਟ ਜਾਓਗੇ, ਤੁਸੀਂ ਪੁਲਿਸ ਕੋਲ ਜਾਓਗੇ, ਇਨਸਾਫ ਲਓਗੇ। ਤੁਸੀਂ ਟਿਟ ਫॉर ਟੈਟ ਨਹੀਂ ਕਰ ਸਕਦੇ। ਆਫੀਸ਼ੀਅਲ ਕੈਪੈਸਿਟੀ ਤੇ ਉਹ ਹੈਡ ਆਫ ਦਾ ਸਟੇਟ ਹੋ, ਸਰਕਾਰ ਹੈ, ਚੀਫ ਮਿਨਿਸਟਰ ਹੋ। ਠੀਕ ਹੈ ਸਰ, ਮੈਂ ਕੰਕਲੂਡ ਕਰਨਾ ਹੋਏਗਾ। ਮੈਂ ਗਰੇਵਾਲ ਸਾਹਿਬ ਆਖਰੀ ਕਮੈਂਟ ਦੇ ਲਈ ਨਹੀਂ ਆ ਪਾਉਂਗਾ ਦੇ ਵਿੱਚ ਇਹਨਾਂ ਨੂੰ ਫੰਕਸ਼ਨ ਕਰਨਾ ਪੈਣਾ ਹੈ। ਤੇ ਮਾਨ ਠੀਕ ਹੈ, ਸਿਰਫ 5 ਸੈਕਿੰਡ ਦੇ ਵਿੱਚ 5-7 ਸੈਕਿੰਡ ਦੇ ਵਿੱਚ ਕੋਈ ਗੱਲ ਕਹਿ ਪਾਉਂ। ਗਰੇਵਾਲ ਸਾਹਿਬ ਬਹੁਤ ਘੱਟ ਸਮਾਂ ਦੇ ਪਾਉਂਗਾ, ਜ਼ਰੂਰੀ ਹੈ ਤੁਹਾਡਾ ਕਮੈਂਟ। ਮਹਾਰਾਜ ਸਾਹਿਬ ਕਹਿੰਦੇ ਸੀ ਬਾਦਲਾਂ ਨੂੰ ਅੰਦਰ ਦਊ, ਟਿਟ ਫॉर ਟੈਟ ਕੋਈ ਨਹੀਂ ਜੀ, ਇੱਜ਼ਤ ਨਾਲ ਰਹੋ, ਨੈਤਿਕ ਮੁੱਦਿਆਂ ਤੇ ਗੱਲ ਕਰੋ, ਪਰ ਪਲੀਜ਼ ਹਾਈ ਐਂਡ ਮਾਈਟੀ ਨਾ ਬਣੋ। ਜਾ ਕੇ ਤੁਸੀਂ ਕੀ ਬੋਲ ਰਹੇ ਹੋ ਸਭ ਨੂੰ ਅਸੀਂ ਕਹਿ ਰਹੇ ਹਾਂ, ਹਾਈ ਐਂਡ ਮਾਈਟੀ ਨਾ ਬਣੋ, ਐਕਸੈਪਟ ਕਰੋ, ਇੱਜ਼ਤ ਨਾਲ ਕੰਮ ਕਰੋ। ਚਲੋ ਸ਼ੁਕਰੀਆ, ਬਹੁਤ ਧੰਨਵਾਦ। ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਹੇ ਹਾਂ, ਸਾਡੇ ਕੋਲ ਸਮਾਂ ਖਤਮ ਹੋ ਚੁੱਕਾ ਹੈ। ਸ਼ੁਕਰੀਆ, ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸ਼ੁਰੂਆਤ ਆਪਾਂ ਕੀਤੀ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੈ। ਖੈਰ, ਜਦੋਂ ਸਮਾਜ ਦੇ ਵਿੱਚ ਆਪਾਂ ਬਾਹਰ ਨਿਕਲੀਏ ਔਰ ਆਪਾਂ ਨੂੰ ਕੋਈ ਓਏ ਕਰਕੇ ਵੀ ਬੁਲਾ ਲਵੇ ਨਾ, ਜਰ ਨਹੀਂ ਹੁੰਦਾ ਆਮ ਤੌਰ ਤੇ। ਹਾਂ, ਤੁਹਾਡਾ ਕੋਈ ਬਹੁਤ ਆਪਣਾ ਹੋਵੇ ਤਾਂ ਗੱਲ ਵੱਖਰੀ ਹੈ, ਪਰ ਜਿਸ ਦੇ ਨਾਲ ਲੱਗਦੀ ਹੋਵੇ ਉਹ ਬੁਲਾ ਦੇਵੇ, ਫਿਰ ਤਾਂ ਜਮਾ ਹੀ ਨਹੀਂ ਜਾ ਹੁੰਦਾ। ਇਹ ਪੰਜਾਬੀਆਂ ਦਾ ਸੁਭਾਅ ਹੈ। ਪਰ ਕੀ ਵਾਕਈ ਹੀ ਪੋਲੀਟੀਕਲ ਸਟੇਜਾਂ ਦੇ ਉੱਤੇ ਇਹ ਪੰਜਾਬੀਆਂ ਦਾ ਸੁਭਾਅ ਇੰਪਲੀਮੈਂਟ ਨਹੀਂ ਹੁੰਦਾ? ਕਿ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਲੀਡਰ ਇਸ ਚੀਜ਼ ਨੂੰ ਨਹੀਂ ਸਮਝ ਰਹੇ? ਪੰਜਾਬੀ ਨੇ ਉਹ,
ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਨੇ, ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਤਾਂ ਸਮਝਦੇ ਤਾਂ ਬਾਖੂਬੀ ਹੋਣਗੇ। ਪਰ ਗੱਲ ਘੁੰਮ ਫਿਰ ਕੇ ਉਹੀ ਹੈ ਕਿ ਸ਼ੁਰੂਆਤ ਤਾਂ ਖੁਦ ਤੋਂ ਹੁੰਦੀ ਹੈ ਬਦਲਾਅ ਵਾਲੀ। ਉਹ ਸਭ ਦੇ ਉੱਤੇ ਇੰਪਲੀਮੈਂਟ ਹੈ, ਉਹ ਚਾਹੇ ਸੀਐਮ ਸਾਹਿਬ ਹੋਣ, ਸੁਖਬੀਰ ਬਾਦਲ ਜੀ ਹੋਣ, ਜਾਂ ਕੋਈ ਹੋਰ ਲੀਡਰ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ। ਉਮੀਦ ਹੈ ਕਿ ਉਹ ਖੁਦ ਤੋਂ ਸ਼ੁਰੂਆਤ ਵਾਲੀ ਗੱਲ ਜਲਦ ਦੇਖਣ ਨੂੰ ਮਿਲੇਗੀ।